अपनी जिहड़ी कुछ ਹਿਊਮਨ ਬੀਇੰਗਸ ਦੀ ਜਿਹੜੀ ਬਣਤਰ ਆ, ਜਦ ਤੱਕ ਆਪਾਂ ਉਹਨੂੰ ਥੋੜ੍ਹਾ ਜਿਹਾ ਸਮਝਦੇ ਨਹੀਂ ਤੇ ਆਪਾਂ ਬਹੁਤ ਸਾਰੀਆਂ ਗਲਤੀਆਂ ਐਸੀਆਂ ਕਰ ਲੈਂਦੇ ਹਾਂ ਅਣਜਾਣਪੁਣੇ ਦੇ ਵਿੱਚ ਹੀ। ਉਹ ਗਲਤੀਆਂ ਆਪਾਂ ਤੋਂ ਹੋ ਜਾਂਦੀਆਂ ਕਿਉਂਕਿ ਆਪਾਂ ਨੇ ਉਹਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਹੁੰਦਾ, ਰਾਈਟ। ਕੁਛ ਚੀਜ਼ਾਂ ਆਪਾਂ ਨੂੰ ਧਾਰਮਿਕ ਤੌਰ 'ਤੇ ਵੀ ਆਪਾਂ ਨੂੰ ਵਿਰਸੇ 'ਚ ਮਿਲਦੀਆਂ, ਆਪਾਂ ਨੂੰ ਕਈ ਵਾਰੀ ਪੜ੍ਹਨ ਦਾ ਮੌਕਾ ਨਹੀਂ ਮਿਲਦਾ, ਆਪਾਂ ਨੂੰ ਵਿਚਾਰਨ ਦਾ ਮੌਕਾ ਨਹੀਂ ਮਿਲਦਾ। ਕੁਛ ਚੀਜ਼ਾਂ ਆਪਾਂ ਨੂੰ ਧਾਰਮਿਕ ਤੌਰ 'ਤੇ ਵੀ ਉਹਨਾਂ ਨੇ ਦੱਸੀਆਂ ਵੀ ਕਿਸ ਤਰੀਕੇ ਦਾ ਇਨਸਾਨ ਹੋਣਾ ਚਾਹੀਦਾ। ਸੋ ਇਹਦੀ ਡੈਫੀਨੀਸ਼ਨ ਜੇ ਆਪਾਂ ਥੋੜ੍ਹੀ ਜਿਹੀ ਦੇਖ ਲਈਏ ਅਤੇ ਉਸ ਤੋਂ ਬਾਅਦ ਫਿਰ ਮੈਂ ਆਹ ਜਿਹੜੇ ਜਿਵੇਂ ਮੁਸ਼ਕਿਲਾਂ ਕਿਵੇਂ ਸੋਲਵ ਕਰਦੇ ਆ, ਇਹ ਮੈਂ ਤੁਹਾਡਾ ਮਾਡਲ ਤੁਹਾਡੇ ਨਾਲ ਸਾਂਝਾ ਕਰ ਲੈਂਦਾ ਕਿਉਂਕਿ ਤੁਹਾਨੂੰ ਐਜ਼ ਏ ਪਰਸਨਲ ਤੌਰ 'ਤੇ ਲਾਈਫ ਦੇ ਵਿੱਚ ਐਜ਼ ਏ ਟੀਚਰ ਜਦੋਂ ਤੁਸੀਂ ਕਲਾਸਰੂਮ 'ਚ ਪੜ੍ਹਾਓਗੇ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਉਣਗੀਆਂ ਅਤੇ ਤੁਹਾਨੂੰ ਉਹ ਮੁਸ਼ਕਿਲਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋਲਵ ਕਰਨਾ ਪਊਗਾ, ਰਾਈਟ। ਸੋ ਜਿਹੜਾ ਇੱਕ ਕੁਐਸਚਨ ਜਿਹੜਾ ਸਵਾਲ ਜਿਹੜਾ ਪੈਦਾ ਹੁੰਦਾ ਕਿ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ, ਇਹਦਾ ਬਹੁਤ ਸਾਰੇ ਵਿਦਵਾਨਾਂ ਨੇ ਇਹਦਾ ਆਨਸਰ ਦਿੱਤਾ ਅਤੇ ਇੱਕ ਇਹਦਾ ਜਿਹੜਾ ਆਨਸਰ ਹੈਗਾ ਗੁਰੂ ਅਰਜਨ ਦੇਵ ਜੀ ਨੇ ਵੀ ਦਿੱਤਾ। ਸੋ ਅਗਰ ਆਪਾਂ ਉਹਨੂੰ ਥੋੜ੍ਹਾ ਜਿਹਾ ਉਹਨਾਂ ਦੇ 6 ਪਹਿਲੂ ਜਿਹੜੇ ਉਹਨਾਂ ਨੇ ਦੱਸੇ ਆ ਵੀ ਮਨੁੱਖ ਇਹੋ ਜਿਹਾ ਹੋਣਾ ਚਾਹੀਦਾ ਅਤੇ ਉਹਦੇ ਨੂੰ ਅਗਰ ਆਪਾਂ ਸਾਹਮਣੇ ਰੱਖ ਲਈਏ ਤਾਂ ਤੁਹਾਨੂੰ ਜਦੋਂ ਤੁਸੀਂ ਟੀਚਰ ਬਣੋਗੇ ਤਾਂ ਤੁਹਾਡੇ ਕੋਲ ਜ਼ਰੂਰ ਪੇਰੈਂਟਸ ਆਉਣਗੇ ਜਿਹੜੇ ਤੁਹਾਨੂੰ ਪੁੱਛਣਗੇ ਕਿ ਸਾਡਾ ਛੋਟਾ ਬੱਚਾ ਇਹਨੂੰ ਅਸੀਂ ਕਿਹੋ ਜਿਹਾ ਬਣਾਈਏ, ਵੀ ਤੁਸੀਂ ਤਾਂ ਮਤਲਬ ਕਿ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਉਂਦੇ ਹੋ, ਤੁਸੀਂ ਸਾਨੂੰ ਥੋੜ੍ਹਾ ਜਿਹਾ ਗਾਈਡ ਕਰ ਦਿਓ ਕਿ ਅਸੀਂ ਆਪਣੇ ਬੱਚੇ ਨੂੰ ਕਿਹੋ ਜਿਹਾ ਬਣਾਈਏ ਅਤੇ ਇਹ ਤੁਹਾਨੂੰ ਹੈਲਪ ਕਰੂਗਾ ਬੱਚੇ ਪੇਰੈਂਟਸ ਨੂੰ ਵੀ ਉਹ ਕਿਸ ਤਰ੍ਹਾਂ ਦਾ ਬੱਚੇ ਨੂੰ ਬਣਾਉਣ। ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਵੀ ਆਪਣੇ ਗੁਰੂ ਸਾਹਿਬ ਕੀ ਕਹਿੰਦੇ ਆ ਇੱਕ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ, ਅਤੇ ਆਪਾਂ ਫਿਰ ਵਿਚਾਰ ਵਟਾਂਦਰਾ ਕਰ ਲੈਂਦੇ ਹਾਂ ਆਪਣੀ ਇਸ ਟੌਪਿਕ ਦੇ ਦੌਰਾਨ ਕਿ ਕੀ ਆਪਾਂ ਵਾਕਿਆ ਹੀ ਇਸ ਚੀਜ਼ ਨੂੰ ਫਾਲੋ ਕੀਤਾ ਕਿ ਨਹੀਂ। ਸੋ ਗੁਰੂ ਸਾਹਿਬ ਕਹਿੰਦੇ ਆ ਕਿ ਸੱਚ ਵਰਤ, ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਦਇਆ ਦੇਵਤਾ, ਖਿਮਾ ਜਪ ਮਾਲੀ, ਇਹ ਮਾਨਸ ਪ੍ਰਧਾਨ। ਸੋ ਹੁਣ ਇਹ ਆਪਣੇ 'ਤੇ ਡਿਪੈਂਡ ਕਰਦਾ ਵੀ ਅਸੀਂ ਜਿਹੜੇ 6 ਪੁਆਇੰਟਸ ਉਹਨਾਂ ਨੇ ਗੁਰੂ ਸਾਹਿਬ ਨੇ ਦੱਸੇ ਆ ਉਹਨਾਂ 'ਤੇ ਆਪਾਂ ਕਿੰਨਾ ਕੁ ਅਮਲ ਕਰਦੇ ਹਾਂ ਜਾਂ ਕਿੰਨੀ ਕੁ ਡੂੰਘਾਈ ਦੇ ਵਿੱਚ ਆਪਾਂ ਉਸ ਚੀਜ਼ ਨੂੰ ਸਮਝਦੇ ਹਾਂ। ਇੱਕ ਤਾਂ ਸੱਚ ਆ, ਜਿਹੜੀ ਟਰੁੱਥ ਆ, ਉਹਨੂੰ ਆਪਾਂ ਕਿਵੇਂ ਆਪਾਂ ਉਸ ਨੂੰ ਉਹਦੀ ਪ੍ਰੈਕਟੀਕਲ ਐਪਲੀਕੇਸ਼ਨ ਕੀ ਕਰਨੀ ਆ, ਪੇਰੈਂਟਸ ਉਹਦੀ ਪ੍ਰੈਕਟੀਕਲ ਐਪਲੀਕੇਸ਼ਨਸ ਕੀ ਕਰਨ ਅਤੇ ਫਿਰ ਬੱਚੇ ਕੀ ਕਰਨ ਸੱਚ ਨੂੰ, ਕਿਉਂਕਿ ਸੱਚ ਬਹੁਤ ਇੰਪੋਰਟੈਂਟ ਮੰਨਿਆ ਗਿਆ। ਜਿਹੜਾ ਕੰਟੈਂਟਮੈਂਟ ਆ, ਸੰਤੋਖ ਆ, ਆਪਾਂ ਉਹਦੀ ਇੰਗਲਿਸ਼ ਟਰਾਂਸਲੇਸ਼ਨ ਕੰਟੈਂਟਮੈਂਟ ਆ, ਅਤੇ ਉਹਨੂੰ ਆਪਾਂ ਕਿਵੇਂ ਕਰਨ, ਪੇਰੈਂਟਸ ਕਦੋਂ ਕੰਟੈਂਟ ਹੋ ਸਕਦੇ ਆ ਅਤੇ ਬੱਚੇ ਕਿਵੇਂ ਕੰਟੈਂਟ ਹੋ ਸਕਦੇ ਆ। ਤੁਸੀਂ ਦੇਖੋਗੇ ਕਿ 5 ਸਾਲ ਦਾ ਬੱਚੇ ਨੂੰ ਅਗਰ ਕੋਈ ਖਿਡੌਣਾ ਚਾਹੀਦਾ ਅਤੇ ਉਹਨੂੰ ਤੁਸੀਂ ਲੱਖ ਵੀ ਤਰਕ ਵਰਤੋ ਉਹਦੇ 'ਤੇ ਵੀ ਆਹ ਜਿਹੜਾ ਖਿਡੌਣਾ ਇਹਨੂੰ ਤੁਸੀਂ ਅੱਜ ਨਾ ਲਓ, ਕੱਲ੍ਹ ਨੂੰ ਲੈ ਲਿਓ, ਪਰਸੋਂ ਨੂੰ ਲੈ ਲਿਓ, ਆਏ ਆ, ਅਤੇ ਉਹ ਬੱਚਾ ਜਿਹੜਾ ਉਹ ਮੰਨਦਾ ਨਹੀਂ ਗਾ। ਸਿੱਖਣੀ ਪੈਂਦੀ ਆ, ਵਿਰਸੇ 'ਚ ਨਹੀਂ ਮਿਲਦੀ ਇਹ, ਇਟਸ ਨਾਟ ਸਮਥਿੰਗ ਦੈਟ ਇਜ਼ ਇਨਹੈਰੈਂਟ। ਫਿਰ ਆਉਂਦਾ ਗਿਆਨ ਧਿਆਨ ਇਸ਼ਨਾਨ, ਵੀ ਕਿਸ ਤਰੀਕੇ ਨਾਲ ਅਸੀਂ ਕਿਸ ਚੀਜ਼ ਦੀ ਬਾਰੇ ਸਾਨੂੰ ਨੌਲੇਜੇਬਲ ਹੋਣਾ ਚਾਹੀਦਾ, ਕਿਵੇਂ ਨੌਲੇਜੇਬਲ ਹੋਣਾ ਵੀ ਚਾਹੀਦਾ ਕਿ ਨਹੀਂ। ਤੁਸੀਂ ਦੇਖੋਗੇ ਕਿ ਆਪਣੇ ਪੰਜਾਬੀ ਕਲਚਰ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਕੋਈ ਬਾਹਲਾ ਰਿਵਾਜ ਨਹੀਂ ਗਾ। ਕੰਪੈਰੇਟਿਵਲੀ ਅਗਰ ਤੁਸੀਂ ਵੈਸਟਰਨ ਸਿਵਲਾਈਜੇਸ਼ਨ ਗੋਰਿਆਂ ਨੂੰ ਦੇਖੋ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਉਹ ਲਾਇਬ੍ਰੇਰੀਆਂ 'ਚ ਜਾਂਦੇ ਆ, ਬਕਾਇਦਾ ਬੁੱਕਸ ਲੈ ਕੇ ਆਉਂਦੇ ਆ, ਬੁੱਕਸ ਦੇ ਨਾਲ ਪੜ੍ਹਾ ਹੁੰਦਾ। ਉਹਨਾਂ ਦੇ ਘਰ ਦੇ ਵਿੱਚ ਵੀ ਛੋਟੀ ਲਾਇਬ੍ਰੇਰੀ ਬਣੀ ਹੁੰਦੀ ਆ, ਬੱਚਿਆਂ ਦੀ ਸੈਪਰੇਟ ਹੁੰਦੀ ਆ, ਮਾਂ ਬਾਪ ਦੀ ਅਲੱਗ ਹੁੰਦੀ ਆ। ਸੋ ਜਿਹੜਾ ਕਿਤਾਬਾਂ ਦੇ ਨਾਲ ਪਿਆਰ ਆ ਉਹ ਸਿਰਫ ਕਿਤਾਬਾਂ ਦੇ ਨਾਲ ਪਿਆਰ ਨਹੀਂ ਗਾ, ਨੌਲੇਜ ਦੀ ਥਰਸਟ ਆ। ਸੋ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ, ਆਮ ਨਾਟ ਮੇਕਿੰਗ ਦੀਜ਼ ਅਪ, ਉਹਨਾਂ ਨੇ ਆਪਾਂ ਨੂੰ ਇਹ ਹਦਾਇਤ ਦਿੱਤੀ ਆ। ਫਿਰ ਉਹ ਕਹਿੰਦੇ ਵੀ ਧਿਆਨ, ਕੌਨਸਨਟ੍ਰੇਸ਼ਨ, ਤੁਸੀਂ ਜਦੋਂ ਬੱਚਿਆਂ ਨੂੰ ਪੜ੍ਹਾਓਗੇ ਤਾਂ ਤੁਹਾਨੂੰ ਬਹੁਤ ਸਾਰੇ ਬੱਚੇ ਐਸੇ ਮਿਲਣਗੇ ਜਿਹੜੇ ਬੈਠਦੇ ਨਹੀਂ ਗੇ, ਜਿਹੜੇ ਕੁਛ ਨਾ ਕੁਛ ਸ਼ਰਾਰਤਾਂ ਕਰਦੇ ਰਹਿੰਦੇ ਆ, ਇੱਕ ਦੂਜੇ ਨੂੰ ਕੂਣੀ ਮਾਰਤੀ, ਇੱਕ ਦੂਜੇ ਨੂੰ ਛੇੜਤਾ, ਤੁਹਾਨੂੰ ਵੀ ਡਿਸਰਪਟ ਕਰਤਾ, ਤੁਹਾਡਾ ਵੀ ਜਿਹੜਾ ਥਾਟ ਪ੍ਰੋਸੈਸ ਆ ਉਹ ਸਹੀ ਨਹੀਂ ਰਹਿਣਾ, ਅਤੇ ਤੁਹਾਨੂੰ ਉਹਨਾਂ ਬੱਚਿਆਂ 'ਤੇ ਖਿਝ ਵੀ ਆਊਗੀ ਵੀ ਤੂੰ ਟਿੱਕੇ ਕਿਉਂ ਨਹੀਂ ਪੈਂਦਾ ਥੋੜ੍ਹੀ ਦੇਰ, ਵੀ ਮੈਂ ਇੰਪੋਰਟੈਂਟ ਕੋਈ ਪੁਆਇੰਟ ਸਮਝਾ ਰਿਹਾ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਅਸੀਂ ਇਹਨਾਂ ਚੀਜ਼ ਨੂੰ ਸਮਝੀਏ। ਸੋ ਸੱਚ ਵਰਤ, ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਦਇਆ ਦੇਵਤਾ, ਖਿਮਾ ਜਪ ਮਾਲੀ, ਇਹ ਮਾਨਸ ਪ੍ਰਧਾਨ। ਸੋ ਜਿਹੜੀ ਦਇਆ, ਕੰਪੈਸ਼ਨ, ਕੀ ਆਪਾਂ ਕੰਪੈਸ਼ਨੇਟ ਆ? ਬੱਚੇ ਦੇ ਵਿੱਚ ਦਇਆ ਹੁੰਦੀ ਆ ਲੇਕਿਨ ਉਹਨੂੰ ਜਾਣੀ ਉਹਦੀ ਸਿਰਜਣਾ ਕਰਨੀ ਪੈਂਦੀ ਆ, ਉਹਨੂੰ ਉਪਜਾਉਣਾ ਪੈਂਦਾ, ਉਹ ਆਪਣੇ ਆਪ ਦਇਆਵਾਨ ਨਹੀਂ ਹੁੰਦਾ।
ਜਾਣੀ ਬੱਚੇ ਨੂੰ ਉਹੀ ਜਿਹੀਆਂ ਐਗਜ਼ਾਮਪਲਸ ਦੇ ਕੇ ਉਹੀ ਜਿਹੀਆਂ ਸਰਕਮਸਟਾਂਸਿਸ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਕਿ ਉਹ ਦਇਆਵਾਨ ਹੋਵੇ। ਔਰ ਜਦੋਂ ਇੱਕ ਵਾਰੀ ਬੰਦਾ ਦਇਆਵਾਨ ਹੋ ਜਾਂਦਾ ਫਿਰ ਬਹੁਤ ਡਿਫੀਕਲਟ ਹੁੰਦਾ ਉਸ ਤੋਂ ਦਇਆ ਵਾਪਸ ਲੈਣੀ। ਉਹਦੀ ਆਪਣੇ ਕੋਲੇ ਸਿੱਖ ਧਰਮ ਦੇ ਵਿੱਚ ਮਿਸਾਲ ਹੈਗੀ ਆ ਭਾਈ ਕਨ੍ਹਈਆ ਜੀ ਦੀ, ਪਾਣੀ ਪਿਲਾਉਣ ਦੀ। ਉਹਨਾਂ ਦੀ ਇੱਕ ਬਹੁਤ ਜਾਣੀ ਐਗਜ਼ਾਮਪਲ ਤੁਸੀਂ ਦੇਖੋਗੇ ਵੀ ਹਾਈਟ ਦੀ ਦਇਆ। ਉਹਨਾਂ ਨੇ ਜਿਹਨੂੰ ਜਦੋਂ ਵੀ ਉਹਨਾਂ ਨੇ ਪਾਣੀ ਪਿਲਾਇਆ ਉਹਨਾਂ ਨੇ ਕੋਈ ਵਿਤਕਰਾ ਨਹੀਂ ਕੀਤਾ, ਜਿਹਨੂੰ ਲੋੜ ਸੀਗੀ ਉਹਨਾਂ ਨੇ ਉਹਨਾਂ ਨੂੰ ਪਾਣੀ ਦਿੱਤਾ। ਅਤੇ ਖਿਮਾ ਜਪਮਾਲੀ ਦਾ ਮਤਲਬ ਹੈਗਾ ਵੀ ਜਿੰਨੀ ਵੀ ਮਾਲਾ ਦੇ ਵਿੱਚ ਮਣਕੇ ਆ ਉਨੀ ਵਾਰੀ ਤੁਸੀਂ ਅਗਲੇ ਨੂੰ ਮਾफ़ ਕਰ ਦਿਓ। ਸੋ ਕਹਿਣ ਤੋਂ ਮੇਰਾ ਭਾਵ ਆ ਕਿ ਆਹ ਜਿਹੜੀਆਂ ਆਪਾਂ ਨੂੰ ਉਹਨਾਂ ਨੇ 6 ਕ੍ਰਾਈਟੀਰੀਆ ਦਿੱਤੇ ਆ ਵੀ ਇਹ ਮਾਨਸ ਪ੍ਰਧਾਨ, ਵੀ ਇਹ ਹਿਊਮਨ ਬੀਇੰਗ ਸੁਪਰੀਮ ਆ। ਕੀ ਆਪਾਂ ਪ੍ਰੈਕਟੀਕਲ ਤੌਰ 'ਤੇ ਇਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਸਕਸੈਸਫੁਲ ਬਣਨ ਵਾਸਤੇ? ਜੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਇਹਨਾਂ 6 ਚੀਜ਼ਾਂ 'ਤੇ ਆਪਾਂ ਹੋ ਜਾਵਾਂਗੇ। ਹੁਣ ਜੇ ਆਪਾਂ ਇਹਨੂੰ ਪਿਓਰਲੀ ਧਰਮ ਤੋਂ ਹਟ ਕੇ ਆਪਾਂ ਦੂਸਰੀ ਸਾਈਡ ਦੇਖੀਏ ਵੀ ਸਾਇੰਸ ਕੀ ਕਹਿੰਦੀ ਆ, ਜਾਣੀ ਸਾਈਕੋਲੋਜੀ ਕੀ ਕਹਿੰਦੀ ਆ, ਜਾਂ ਯੂਨਾਈਟਿਡ ਨੇਸ਼ਨਸ ਦੀਆਂ ਅਗਰ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਉਹਨਾਂ ਦੀਆਂ ਬਹੁਤ ਸਾਰੀਆਂ ਸਕਿੱਲਸ ਆਉਣਗੀਆਂ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇੱਕ ਚੰਗਾ ਇਨਸਾਨ ਬਣਨ ਨੂੰ ਕਿਹੜੀਆਂ ਟੈਕਨੀਕਸ, ਕਿਹੜੀਆਂ ਸਕਿੱਲਸ ਦੀ ਲੋੜ ਆ। ਉਹਦੇ 'ਚ ਪਹਿਲਾਂ ਜਿਹੜੀ ਤੁਸੀਂ ਹੈਰਾਨ ਹੋਵੋਗੇ ਉਹਨਾਂ ਦੀ ਇੱਕ ਸਕਿੱਲ ਆ ਦੀ ਐਬਿਲਿਟੀ ਟੂ ਸੇ ਨੋ। ਅਤੇ ਡਾਕਟਰ ਦੀਪਤੀ ਜੀ ਨੇ ਵੀ ਹੁਣੇ ਕਿਹਾ ਵੀ ਜਿਹੜਾ ਪੀਅਰ ਪ੍ਰੈਸ਼ਰ ਹੁੰਦਾ, ਐਬਿਲਿਟੀ ਟੂ ਸੇ ਨੋ, ਯੂਨਾਈਟਿਡ ਨੇਸ਼ਨਸ ਨੇ ਐਕਚੁਅਲੀ ਇਹ ਜਾਣੀ ਉਹਨਾਂ ਨੇ ਹਦਾਇਤ ਦਿੱਤੀ ਆ ਦੁਨੀਆ 'ਚ ਸਾਰਿਆਂ ਨੂੰ ਕਿ ਕੁਛ ਸਕਿੱਲਸ ਐਸੀਆਂ ਜਿਹੜੀਆਂ ਦੀ ਆਪਾਂ ਨੂੰ ਲੋੜ ਪੈਂਦੀ ਆ। ਉਹਦੇ 'ਚ ਇੱਕ ਐਬਿਲਿਟੀ ਟੂ ਸੇ ਨੋ ਵੀ ਆ। ਕਿਉਂਕਿ ਮੈਂ ਕਲੀਨਿਕਲ ਕਾਉਂਸਲਰ ਵੀ ਹਾਂ, ਇਸ ਕਰਕੇ ਸਾਡਾ ਕੰਮ ਕਾਉਂਸਲਿੰਗ ਦੇ ਉਹਨਾਂ ਬੰਦਿਆਂ ਦੇ ਨਾਲ ਹੁੰਦਾ ਜਿਨ੍ਹਾਂ ਨੂੰ ਮੁਸ਼ਕਲਾਂ ਬਹੁਤ ਹੁੰਦੀਆਂ। ਸੋ ਬਹੁਤ ਸਾਰੇ ਸਾਡੇ ਕੋਲੇ ਉਹੋ ਜਿਹੇ ਕਲਾਇੰਟਸ ਵੀ ਆਉਂਦੇ ਆ ਜਿਨ੍ਹਾਂ ਨੂੰ ਸ਼ਰਾਬ ਪੀਣ ਦੀ ਪ੍ਰੋਬਲਮ ਆ, ਅਤੇ ਉਹਨਾਂ ਦਾ ਇੱਕ ਪੂਰਾ ਚੈਪਟਰ ਆ ਕਿ ਉਹਨਾਂ ਨੂੰ ਸਿਖਾਉਣਾ ਕਿਵੇਂ ਆ ਕਿ ਉਹਨਾਂ ਨੇ ਨਾ ਕਿਵੇਂ ਕਰਨੀ ਆ। ਸੋ ਇਹਦਾ ਮਤਲਬ ਆ ਕਿ ਐਜ਼ ਏ ਹਿਊਮਨ ਬੀਇੰਗਸ ਸਾਡੀ ਇਹ ਕੇਪੇਬਿਲਿਟੀ ਘਟ ਗਈ ਕਿ ਅਸੀਂ ਉਹਨਾਂ ਨੂੰ ਨੋ ਕਹਿ ਸਕੀਏ। ਔਰ ਬਹੁਤ ਵਾਰੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਕੰਮ ਨਹੀਂ ਕਰਨਾ, ਪਰ ਸ਼ਿਸ਼ਟਾਚਾਰ ਦੇ ਅਨੁਸਾਰ ਜਾਂ ਅਸੀਂ ਵੀ ਉਹਨੂੰ ਮਾੜਾ ਲੱਗੂਗਾ ਉਹਦੇ ਕਰਕੇ ਅਸੀਂ ਹਾਂ ਕਰਦੇ ਹਾਂ। ਸੋ ਸੇਇੰਗ ਨੋ ਇਜ਼ ਆਲਸੋ ਇੰਪੋਰਟੈਂਟ। ਇਹਦੇ ਨਾਲ ਇੱਕ ਹੋਰ ਚੀਜ਼ ਵੀ ਬਹੁਤ ਇੰਪੋਰਟੈਂਟ ਆ, ਉਹ ਹੈਗੀ ਆ ਸੈਲਫ ਲੇਬਲਿੰਗ, ਜਾਂ ਸਾਇੰਸ ਦੇ ਵਿੱਚ ਲੇਬਲਿੰਗ ਬਹੁਤ ਇੰਪੋਰਟੈਂਟ ਆ। ਮੈਡੀਕਲ ਫੀਲਡ 'ਚ ਅਗਰ ਤੁਸੀਂ ਟਰੀਟ ਕਰਨਾ ਤਾਂ ਡਾਕਟਰ ਤੁਹਾਨੂੰ ਲੇਬਲ ਦਿੰਦਾ ਵੀ ਤੁਹਾਨੂੰ ਡਾਇਬੀਟਿਸ ਆ, ਹਾਰਟ ਅਟੈਕ ਆ। ਜੇ ਤੁਹਾਡੀ ਮੈਂਟਲ ਹੈਲਥ ਦੀ ਪਰੇਸ਼ਾਨੀਆਂ ਤੁਹਾਨੂੰ ਕਹੂਗਾ ਵੀ ਤੁਹਾਨੂੰ ਡਿਪਰੈਸ਼ਨ ਆ, ਜਾਂ ਪੋਸਟਮਾਰਟਮ ਡਿਪਰੈਸ਼ਨ ਆ, ਜਾਂ ਸਾਈਕੋਸਿਸ ਆ, ਜਾਂ ਸਕਿਜ਼ੋਫਰੀਨੀਆ, ਜਾਂ ਬਾਈਪੋਲਰ ਹੋ ਤੁਸੀਂ, ਜਾਣੀ ਉਹ ਲੇਬਲਿੰਗ ਕਰਦੇ ਆ। ਲੇਕਿਨ ਇਹ ਤਾਂ ਹੋ ਗਿਆ ਪ੍ਰੋਫੈਸ਼ਨਲ ਡਾਇਗਨੋਸਿਸ। ਕੁਛ ਆਪਾਂ ਆਪਣੇ ਕੋਲੋਂ ਹੀ ਲਾ ਲੈਂਦੇ ਹਾਂ, ਆਪਾਂ ਆਪਣੇ ਹਿਸਾਬ ਨਾਲ ਹੀ ਲੇਬਲਿੰਗ ਕਰੀ ਜਾਂਦੇ ਹਾਂ। ਕੁਛ ਲੇਬਲਿੰਗ ਮਾਂ-ਬਾਪ ਕਰ ਦਿੰਦੇ ਆ, ਕੁਛ ਗੁਆਂਢੀ ਕਰ ਦਿੰਦੇ ਆ, ਕੁਛ ਟੀਚਰਸ ਕਰ ਲੈਂਦੇ ਆ। ਸੋ ਜਿਹੜੀ ਦੂਸਰਿਆਂ ਤੋਂ ਸਾਨੂੰ ਲੇਬਲਿੰਗ ਮਿਲਦੀ ਆ ਵੀ ਤੂੰ ਕੱਖ ਜੋਗਾ ਨਹੀਂ ਗਾ, ਤੂੰ ਕੁਛ ਨਹੀਂ ਕਰ ਸਕਦਾ, ਤੈਨੂੰ ਨਹੀਂ ਕੁਛ ਪਤਾ ਲੱਗਦਾ, ਤੂੰ ਨਹੀਂ ਕੁਛ ਸਮਝਣ ਜੋਗਾ। ਇਹਦਾ ਮਤਲਬ ਆ ਕਿ ਇਹ ਜਿਹੜੀ ਲੇਬਲਿੰਗ ਆ ਔਰ ਅਗੇ ਬਾਰ-ਬਾਰ ਰਿਪੀਟ ਹੋਵੇ, ਇਹਨੂੰ ਆਪਾਂ ਸੱਚਾਈ ਮੰਨ ਕੇ ਅਤੇ ਇਹਨੂੰ ਆਪਾਂ ਧਾਰਨਾ ਬਣਾ ਲੈਂਦੇ ਹਾਂ ਆਪਣੀ। ਸੋ ਇਹ ਜਿਹੜੀ ਲੇਬਲਿੰਗ ਆ ਇਹ ਆਪਾਂ ਨੂੰ ਇੱਕ ਸਕਸੈਸਫੁਲ ਇਨਸਾਨ ਬਣਨ ਤੋਂ ਰੋਕ ਦਿੰਦੀ ਆ। ਸੋ ਇਸ ਕਰਕੇ ਇਹਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਲੇਬਲਿੰਗ ਆਪਣੇ ਆਪ ਨੂੰ ਤਾਂ ਨਹੀਂ ਰੋਕੀ ਜਾਂਦੇ ਸਕਸੈਸ ਹੋਣ 'ਚ। ਸੋ ਤੁਹਾਡੇ ਔਰ ਸਕਸੈਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਗੀ। ਤੁਹਾਡੀ ਆਪਣੇ ਲਿਮੀਟੇਸ਼ਨਸ ਹੈਗੀਆਂ, ਤੁਹਾਡੀ ਆਪਣੀ ਇਮੋਸ਼ਨਲ ਸੋਚ ਆ, ਤੁਹਾਡੀਆਂ ਆਪਣੀਆਂ ਭਾਵਨਾਵਾਂ ਕੰਮ ਕਰਦੀਆਂ ਜਿਹੜੀਆਂ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਨਹੀਂ ਦਿੰਦੀਆਂ। ਸੋ ਇੱਕ ਪਾਸੇ ਤੁਸੀਂ ਕਿਤਾਬ ਵੀ ਪੜ੍ਹ ਸਕਦੇ ਹੋ, ਹੋਮਵਰਕ ਵੀ ਕਰ ਸਕਦੇ ਹੋ, ਦੂਸਰੇ ਪਾਸੇ ਤੁਸੀਂ TV ਵੀ ਦੇਖ ਸਕਦੇ ਹੋ। ਇਹ ਤਾਂ ਤੁਹਾਡਾ ਡਿਸੀਜਨ ਮੇਕਿੰਗ ਆ, ਤੁਹਾਡੀ ਸੋਚ ਆ। ਇਹ ਤਾਂ ਤੁਸੀਂ ਡਿਸਾਈਡ ਕਰਨਾ ਵੀ ਤੁਸੀਂ ਕਿਵੇਂ ਕਰਨਾ। ਸੋ ਡਿਸੀਜਨ ਮੇਕਿੰਗ ਇਜ਼ ਅ ਸਕਿੱਲ। ਤੁਸੀਂ ਆਪਣੀ ਸੋਚ ਭਾਵਨਾ ਨੂੰ ਕੰਟਰੋਲ ਕਰ ਸਕਦੇ ਹੋ, ਉਹ ਵੀ ਤੁਹਾਡੇ 'ਤੇ ਡਿਪੈਂਡ ਕਰਦਾ। ਤੁਸੀਂ ਡਿਸੀਜਨ ਲੈਣਾ ਕੁਛ ਬਣਦਾ, ਉਹ ਵੀ ਤੁਹਾਡੇ 'ਤੇ ਡਿਪੈਂਡ ਕਰਦਾ। ਤੁਸੀਂ ਉਸ ਮੰਜ਼ਿਲ 'ਤੇ ਪਹੁੰਚ ਸਕਦੇ ਹੋ, ਇਹ ਵੀ ਤੁਹਾਡੇ 'ਤੇ ਡਿਪੈਂਡ ਕਰਦਾ। ਸੋ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ 'ਤੇ ਡਿਪੈਂਡ ਕਰਦੀਆਂ ਔਰ ਤੁਸੀਂ ਕਰ ਸਕਦੇ ਹੋ। ਸੋ ਇੱਕ ਜਿਹੜੀ ਸਕਿੱਲ ਜਿਹੜੀ ਆਪਾਂ ਅੱਜ ਗੱਲ ਕਰਦੇ ਹਾਂ ਉਹ ਹੈਗੀ ਆ ਪ੍ਰੋਬਲਮ ਸੋਲਵਿੰਗ ਦੀ। ਬਹੁਤ ਜਿਹੜੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਮੁਸ਼ਕਲ ਆ ਰਹੀ ਆ ਹਿਊਮੈਨਿਟੀ ਨੂੰ, ਉਹ ਹੈਗੀ ਆ ਕਿ ਆਪਾਂ ਮੁਸ਼ਕਲਾਂ ਦਾ ਹੱਲ ਨਹੀਂ ਲੱਭ ਸਕਦੇ। ਸਾਨੂੰ ਇਹ ਗਲਤ ਫਹਿਮੀ ਆ ਕਿ ਅਸੀਂ ਗੱਲ ਕਰਕੇ ਮੁਸ਼ਕਲ ਨੂੰ ਸੁਲਝਾ ਲਾਂਗੇ। ਇਹ ਟਰੂ ਨਹੀਂ ਗਾ। ਅਸੀਂ ਗੱਲ ਕਰਕੇ ਮੁਸ਼ਕਲ ਨੂੰ ਸੁਲਝਾ ਨਹੀਂ ਲੈਂਦੇ, ਅਸੀਂ ਗੱਲ ਕਰਕੇ ਕਲੇਸ਼ ਪਾ ਲੈਂਦੇ ਹਾਂ। ਤੁਸੀਂ ਪਰਿਵਾਰਾਂ 'ਚ ਦੇਖ ਲਓ, ਬਹੁਤ ਜ਼ਿਆਦਾ ਕਲੇਸ਼ ਆ। ਕੋਸ਼ਿਸ਼ ਤਾਂ ਕਰਦੇ ਆ ਉਹ,
क्योंकि हुण मैं मतलब कि मेरा सैशन काउंसलिंग का नहीं तुहानूं मैं हसबैंड वाइफ दियां ब्रेक डाउन के सिम्पटम्स दसदा कि उन्हां दा विआह किवें टुटदा, ਉਹਦੇ ਟੁੱਟਣ ਦੇ ਵੀ ਕਾਰਨ ਆ, ਵਿਆਹ ਟੁੱਟਣ ਦਾ ਵੀ ਕਾਰਨ ਹੁੰਦਾ। ਸੋ ਇਸ ਕਰਕੇ ਇਹ ਜਿਹੜੀ ਪ੍ਰੋਬਲਮ ਸੋਲਵਿੰਗ ਆ ਉਹਦੇ ਵੀ ਇੱਕ ਮਾਡਲ ਆ। ਤੁਹਾਨੂੰ ਵੀ ਇਹ ਮੁਸ਼ਕਲਾਂ ਆਉਣਗੀਆਂ, ਤੁਹਾਡੇ ਕਲਾਸਰੂਮ ਦੇ ਵਿੱਚ ਕੁਝ ਬੱਚੇ ਐਸੇ ਹੋਣਗੇ ਜਿਹੜੇ ਤੁਹਾਨੂੰ ਸ਼ਰਾਰਤਾਂ ਕਰਨਗੇ ਔਰ ਉਹ ਬਾਰ-ਬਾਰ ਤੁਹਾਡੇ ਸਮਝਾਉਣ ਦੇ ਵੀ ਉਹ ਮੰਨਣਗੇ ਨਹੀਂ। ਸੋ ਉਹਨੂੰ ਤੁਸੀਂ ਕਿੰਨਾ ਕੁ ਸਮਝਾਓਗੇ, ਉਹਨੂੰ ਤੁਸੀਂ ਪ੍ਰਿੰਸੀਪਲ ਕੋਲ ਭੇਜੋਗੇ। ਅਲਟੀਮੇਟਲੀ ਇਹ ਹੋ ਸਕਦਾ ਪ੍ਰਿੰਸੀਪਲ ਤੇ ਤੁਸੀਂ ਇੰਨੇ ਜ਼ਿਆਦਾ ਤੰਗ ਆ ਜਾਓ ਕਿ ਤੁਸੀਂ ਉਸ ਬੱਚੇ ਨੂੰ ਐਕਸਪੈਲ ਕਰ ਦਿਓ, ਤੁਸੀਂ ਕਹੋ ਵੀ ਨਹੀਂ ਅਸੀਂ ਇਹਨੂੰ ਰੱਖਣਾ ਸਾਡੇ ਸਕੂਲ 'ਚ, ਦੁਖੀ ਬਹੁਤ ਕਰਦਾ। ਇਸ ਦਾ ਤਾਂ ਇਹ ਸੋਲਿਊਸ਼ਨ ਆ। ਸੋ ਹਿਊਮੈਨਿਟੀ ਕੋਲੇ ਕੋਈ ਬਾਹਲੇ ਮਾਡਲ ਨਹੀਂ ਗੇ ਮੁਸ਼ਕਿਲ ਨੂੰ ਹੱਲ ਕਰਨ ਦੇ, ਔਰ ਅਸੀਂ ਹਜੇ ਵੀ ਸਟਰਗਲ ਕਰਦੇ ਹਾਂ ਕਿਉਂਕਿ 10,000 ਸਾਲ ਪਹਿਲਾਂ ਅਸੀਂ ਇਹ ਮੰਨ ਲਿਆ ਸੀਗਾ ਕਿ ਲੜਾਈ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਚਾਹੇ ਉਹ ਲੜਾਈ ਮਿਲਟਰੀ ਦੀ ਜਾਂ ਇੱਕ ਦੇਸ਼ ਦੀ ਦੂਸਰੇ 'ਤੇ ਆ, ਚਾਹੇ ਇੱਕ ਪਰਿਵਾਰ ਦੀ ਦੂਸਰੇ ਪਰਿਵਾਰ ਨਾਲ ਆ, ਚਾਹੇ ਹਸਬੈਂਡ ਦੀ ਵਾਈਫ ਦੇ ਨਾਲ ਆ। ਆਪਾਂ ਨੂੰ ਥਿਓਰੇਟੀਕਲੀ ਅਤੇ ਪ੍ਰੈਕਟੀਕਲੀ ਅਤੇ ਐਕਸਪੀਰੀਐਂਸ਼ੀਅਲ ਲਰਨਿੰਗ ਆਪਣੀ ਹੈਗੀ ਕਿ ਜਿੱਥੇ ਵੀ ਲੜਾਈ ਹੋਊਗੀ ਉੱਥੇ ਨੁਕਸਾਨ ਹੋਊਗਾ, ਸਾਨੂੰ ਇਹ ਨੌਲੇਜ ਆ। ਲੇਕਿਨ ਅਸੀਂ ਫਿਰ ਵੀ ਕੁਛ ਹੱਲ ਤਾਂ ਕਰ ਹੀ ਨਹੀਂ ਸਕੇ। ਹੁਣ ਵੀ ਤਾਂ ਲੜਾਈਆਂ ਹੀ ਹੋ ਰਹੀਆਂ, ਐਵਰੀ ਡੇ ਲੜਾਈ ਹੁੰਦੀ ਆ, ਪਰਿਵਾਰ 'ਚ ਲੜਾਈ ਹੁੰਦੀ ਆ, ਭਰਾ ਲੜ ਪੈਂਦਾ, ਬੱਚਿਆਂ ਦੀ ਮਾਪਿਆਂ ਨਾਲ ਲੜਾਈ ਹੁੰਦੀ ਆ, ਟੀਚਰ ਦੀ ਸਟੂਡੈਂਟਸ ਨਾਲ ਹੁੰਦੀ ਆ। ਸੋ ਆਹ ਜਿਹੜਾ ਮਾਡਲ ਆ ਇਹਦੇ ਤੋਂ ਹੋ ਸਕਦਾ ਤੁਹਾਨੂੰ ਥੋੜ੍ਹਾ ਜਿਹਾ ਜਦੋਂ ਤੁਸੀਂ ਪੜ੍ਹਾਉਣ ਲੱਗੋਗੇ ਹੋ ਸਕਦਾ ਤੁਹਾਡੀ ਹੈਲਪ ਹੋਵੇ ਇਸ ਮਾਡਲ ਨਾਲੋਂ। ਨੈਕਸਟ ਵਨ ਨਹੀਂ ਹਾਂ ਦੇਖੋ ਬਸ ਅੱਛਾ। ਸੋ ਜਿਹੜਾ ਪਹਿਲਾ ਪਾਰਟ ਹੈਗਾ ਉਹ ਇਹ ਹੈਗਾ ਕਿ ਆਪਾਂ ਜ਼ਿਆਦਾ ਇਮੋਸ਼ਨਲ ਆ, ਘੱਟ ਲੌਜੀਕਲ ਆ। ਸਾਡੀਆਂ ਨਾ ਜਿਹੜੀਆਂ ਭਾਵਨਾਵਾਂ ਉਹ ਜ਼ਿਆਦਾ ਪਾਵਰਫੁੱਲ ਆ। ਸੋ ਆਪਾਂ ਜੰਮਦੇ ਹੀ ਇਮੋਸ਼ਨਸ ਦੇ ਨਾਲ ਆ, ਫੀਲਿੰਗਸ ਦੇ ਨਾਲ ਆ। ਸੋ ਜਿਹੜਾ ਲੌਜਿਕ ਆ, ਰੀਜ਼ਨਿੰਗ ਆ, ਇਹ ਆਪਾਂ ਨੂੰ ਵਿਰਸੇ 'ਚ ਮਿਲਦਾ, ਇਹ ਹਮੇਸ਼ਾ ਹੀ ਕਮਜ਼ੋਰ ਰਹਿੰਦਾ। ਸੋ ਜਿਹੜੀਆਂ ਭਾਵਨਾਵਾਂ ਉਹ ਹਮੇਸ਼ਾ ਹੀ ਜਿੱਤ ਜਾਂਦੀਆਂ। ਸੋ ਇਹਦੇ ਵਾਸਤੇ ਥੋੜ੍ਹੀ ਜਿਹੀ ਪ੍ਰੈਕਟਿਸ ਕਰਨ ਦੀ ਲੋੜ ਹੁੰਦੀ ਆ। ਅਤੇ ਜੇ ਤੁਹਾਡੇ ਕਲਾਸਰੂਮ ਦੇ ਵਿੱਚ ਕੋਈ ਬੱਚਾ ਜਿਹੜਾ ਜ਼ਰੂਰਤ ਨਾਲੋਂ ਜ਼ਿਆਦਾ ਤੁਹਾਨੂੰ ਤੰਗ ਕਰਦਾ, ਉਹਦਾ ਇੱਕੋ ਹੀ ਇਲਾਜ ਆ ਕਿ ਤੁਹਾਨੂੰ ਉਹਨੂੰ ਬਾਹਰ ਕੱਢ ਕੇ ਅਤੇ ਉਹਦੇ ਨਾਲ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨਾ ਪਊਗਾ ਕਿ ਕਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਢਾਲ ਲਵੇ ਲੌਜਿਕ ਦੇ ਵਿੱਚ। ਕਿਉਂਕਿ ਉਹਨੂੰ ਹਰ ਇੱਕ ਵਾਰੀ ਜਦੋਂ ਉਹਦਾ ਮਨ ਕਰਦਾ ਛੇੜਨ ਦਾ ਉਹ ਛੇੜ ਦਿੰਦਾ, ਜਦੋਂ ਉਹਦਾ ਮਨ ਕਰਦਾ ਹੱਸਣ ਦਾ ਉਹ ਹੱਸ ਪੈਂਦਾ, ਅਤੇ ਉਹਨੂੰ ਇਸ ਚੀਜ਼ ਦੀ ਕੋਈ ਸਮਝ ਨਹੀਂ ਕਿ ਵੀ ਮੈਂ ਹੁਣ ਕਲਾਸਰੂਮ 'ਚ ਬੈਠਾ ਅਤੇ ਮੈਂ ਆਹ ਸ਼ਰਾਰਤਾਂ ਨਾ ਕਰਾਂ। ਰਾਈਟ। ਸੈਕੰਡ ਚੀਜ਼ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਪਰਸਨੈਲਿਟੀ ਡਿਵੈਲਪ ਕਿਵੇਂ ਹੁੰਦੀ ਆ ਕਿਸੇ ਦੀ। ਪਰਸਨੈਲਿਟੀ ਡਿਵੈਲਪ ਹੁੰਦੀ ਆ ਇਮੋਸ਼ਨਸ ਨਾਲ। ਇਹ ਪਹਿਲਾਂ ਆਪਾਂ ਨੂੰ ਜਦੋਂ ਬੱਚਾ ਜੰਮਦਾ ਉਹ ਇਮੋਸ਼ਨਸ ਆ, ਜਦੋਂ ਉਹਨੂੰ ਭੁੱਖ ਲੱਗਦੀ ਆ ਰੋ ਪੈਂਦਾ। ਸੋ ਇਮੋਸ਼ਨਸ ਹੁੰਦੀਆਂ। ਉਸ ਤੋਂ ਬਾਅਦ ਉਹਦੇ ਵਿਚਾਰ ਆਉਂਦੇ ਆ ਦਿਮਾਗ 'ਚ। ਸੋ ਉਹ ਥਿੰਕ ਕਰਨਾ ਸ਼ੁਰੂ ਕਰਦਾ। ਇਮੋਸ਼ਨਸ ਅਤੇ ਥਾਟਸ ਜਦੋਂ ਇਕੱਠੇ ਹੁੰਦੇ ਆ, ਜੁੜਦੇ ਆ, ਉਦੋਂ ਤੁਹਾਡੇ ਸ਼ਬਦ ਬਣਦੇ ਆ। ਅਤੇ ਜਦੋਂ ਇਮੋਸ਼ਨਸ, ਥਾਟਸ ਅਤੇ ਵਰਡਸ ਇਕੱਠੇ ਹੁੰਦੇ ਆ ਫਿਰ ਤੁਸੀਂ ਕੁਛ ਐਕਸ਼ਨ ਲੈਂਦੇ ਹੋ ਉਹਨਾਂ ਚੀਜ਼ਾਂ ਦਾ। ਜਦੋਂ ਤੁਸੀਂ ਬਹੁਤ ਵਾਰੀ ਐਕਸ਼ਨ ਲੈਂਦੇ ਹੋ ਫਿਰ ਤੁਹਾਡੀਆਂ ਆਦਤਾਂ ਬਣਦੀਆਂ। ਬਹੁਤ ਸਾਰੀ ਜਦੋਂ ਆਦਤਾਂ ਬਣਦੀਆਂ ਉਦੋਂ ਤੁਹਾਡੀ ਪਰਸਨੈਲਿਟੀ ਬਣਦੀ ਆ। ਜਦੋਂ ਇੱਕ ਵਾਰੀ ਪਰਸਨੈਲਿਟੀ ਬਣ ਜਾਂਦੀ ਆ ਫਿਰ ਬਹੁਤ ਮੁਸ਼ਕਿਲ ਹੁੰਦਾ ਉਹਨੂੰ ਚੇਂਜ ਕਰਨਾ। ਹੈਬਿਟ ਤੱਕ ਆਪਾਂ ਚੇਂਜ ਕਰ ਸਕਦੇ ਹਾਂ। ਤੁਸੀਂ ਦੇਖਿਆ ਹੋਣਾ, ਸੁਣਿਆ ਵੀ ਹੋਣਾ ਪਿੰਡਾਂ ਦੇ ਵਿੱਚ ਵੀ ਕਿਸੇ ਬੰਦੇ ਨੂੰ ਸ਼ਰਾਬ ਪੀਣ ਦੀ ਆਦਤ ਹੋ ਗਈ ਜਾਂ ਉਹ ਫੀਮ ਖਾਣ ਦੀ ਆਦਤ ਹੋ ਗਈ ਜਾਂ ਉਹ ਨਸ਼ਿਆਂ 'ਤੇ ਲੱਗ ਗਿਆ, ਉਹ ਮਰ ਗਿਆ ਪਰ ਉਹਦੇ ਤੋਂ ਛੁੱਟੀ ਨਹੀਂ। ਤੁਸੀਂ ਕਈ ਵਾਰੀ ਇਹ ਸੁਣਿਆ ਹੋਣਾ। ਉਹਦਾ ਰੀਜ਼ਨ ਇਹ ਆ ਕਿ ਉਹਦੀ ਹੈਬਿਟ ਨਹੀਂ ਸੀ, ਉਹਦੀ ਉਹ ਪਰਸਨੈਲਿਟੀ 'ਚ ਡਿਵੈਲਪ ਹੋ ਗਈ। ਜਿਹੜੇ ਬੰਦਿਆਂ ਦੀ ਹੈਬਿਟ ਹੁੰਦੀ ਆ ਉਹਨਾਂ ਨੂੰ ਤੁਸੀਂ ਠੀਕ ਕੀਤਾ ਜਾ ਸਕਦਾ, ਉਹਨਾਂ ਨੂੰ ਤੁਸੀਂ ਠੀਕ ਕਰ ਲੈਂਦੇ ਹੋ ਹੋ ਸਕਦਾ ਤੁਹਾਨੂੰ ਬਹੁਤ ਤੰਗ ਕਰਨ, ਲੇਕਿਨ ਉਹ ਠੀਕ ਹੋ ਜਾਂਦੇ ਆ। ਲੇਕਿਨ ਜਦੋਂ ਪਰਸਨੈਲਿਟੀ ਦੇ ਵਿੱਚ ਕਨਵਰਟ ਹੋ ਜਾਂਦੀ ਆ ਉਦੋਂ ਉਹਨਾਂ ਬੰਦਿਆਂ ਨੂੰ ਲੌਜਿਕ ਦੇ ਨਾਲ ਜਾਂ ਪਿਆਰ ਦੇ ਨਾਲ ਜਾਂ ਧਮਕਾ ਕੇ ਜਾਂ ਕੁਛ ਵੀ ਕਰਕੇ ਉਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਉਹ ਫਿਰ ਐਂਡ ਰਿਜ਼ਲਟ ਉਹ ਕਹਿੰਦੇ ਆ ਵੀ ਮੈਂ ਮਰ ਜਾਊਂਗਾ ਪਰ ਮੈਂ ਨਸ਼ਾ ਨਹੀਂ ਛੱਡਣਾ। ਸੋ ਦੈਟਸ ਅਨਦਰ। ਨੈਕਸਟ। ਸੋ ਜਿਹੜੀਆਂ ਮੁਸ਼ਕਿਲਾਂ ਆਪਾਂ ਨੂੰ ਹਰ ਰੋਜ਼ ਆਉਂਦੀਆਂ, ਤੁਹਾਨੂੰ ਵੀ ਆਉਂਦੀਆਂ, ਡੇਲੀ ਆਉਂਦੀਆਂ। ਤੁਸੀਂ ਬੱਸ 'ਚ ਚੜ੍ਹਨਾ ਹੁੰਦਾ ਤਾਂ ਮੁਸ਼ਕਿਲ ਆ, ਸਕੂਲ ਆਉਣਾ ਤਾਂ ਮੁਸ਼ਕਿਲ ਆ, ਸਕੂਲ ਦੇ ਵਿੱਚ ਮੁਸ਼ਕਿਲਾਂ, ਘਰ ਜਾਣਾ ਤਾਂ ਮੁਸ਼ਕਿਲਾਂ। ਸੋ ਮੁਸ਼ਕਿਲਾਂ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ, ਔਰ ਇਹ ਉਦੋਂ ਤੱਕ ਰਹਿਣਗੀਆਂ ਜਦ ਤੱਕ ਆਪਾਂ ਜਿਉਂਦੇ ਹਾਂ। ਇਹ ਨਾਲ ਆਪਣੇ ਤੁਰਨਗੀਆਂ। ਰਾਈਟ। ਆਹ ਜਿਹੜਾ ਇੱਕ ਮਾਡਲ ਆ ਇਹ ਥਾਟ ਪ੍ਰੋਸੈਸ ਦਾ ਮਾਡਲ ਆ। ਇਹ ਜਾਣੀ ਸਾਨੂੰ ਅਸੀਂ ਉਹਨਾਂ ਬੰਦਿਆਂ ਨੂੰ ਸਿਖਾਉਂਦੇ ਹਾਂ ਜਿਹੜੇ ਬੰਦੇ ਇੰਪਲਸਿਵ ਹੁੰਦੇ ਆ। ਇੰਪਲਸਿਵ ਦਾ ਮਤਲਬ ਹੈਗਾ ਬਿਨਾਂ ਸੋਚ ਸਮਝੇ ਕੁਛ ਕੰਮ ਕਰਨਾ।
ਉਹਨਾਂ ਨੂੰ ਇੰਪਲਸਿਵ ਕਿਹਾ ਜਾਂਦਾ, ਜਿਹੜਾ ਸੋਚਦੇ ਸਮਝਦੇ ਨਹੀਂ, ਕੁਝ ਕਰ ਦਿੰਦੇ ਆ। ਹੋ ਸਕਦਾ ਉਹ ਕਤਲ ਵੀ ਕਰ ਦੇਣ ਬਿਨਾਂ ਸੋਚੇ ਸਮਝੇ, ਹੋ ਸਕਦਾ ਉਹ ਐਕਸੀਡੈਂਟ ਕਰ ਲੈਣ, ਕਿਉਂਕਿ ਗੱਡੀ ਇੰਨੀ ਤੇਜ਼ ਚਲਾਉਂਦੇ ਸੀ, ਸੋਚਦੇ ਨਹੀਂ ਸੀ ਵੀ ਇੰਨੀ ਗੱਡੀ ਤੇਜ਼ ਮੇਰੇ ਤੋਂ ਸੰਭਲ ਲੂਗੀ ਕਿ ਨਹੀਂ। ਆਹ ਜਿਹੜਾ ਮਾਡਲ ਆ ਇਹ ਅਸੀਂ ਸੋਸ਼ਲ ਵਰਕ 'ਚ ਯੂਜ਼ ਕਰਦੇ ਹਾਂ ਉਹਨਾਂ ਬੰਦਿਆਂ ਨੂੰ ਸਮਝਾਉਣ 'ਚ ਜਿਹੜੇ ਬੰਦੇ ਇੰਪਲਸਿਵ ਆ। ਸੋ ਤੁਸੀਂ ਵੀ ਇਹ ਮਾਡਲ ਸਮਝਾ ਸਕਦੇ ਹੋ ਉਸ ਬੱਚੇ ਨੂੰ ਜਿਹੜਾ ਤੁਹਾਨੂੰ ਕਲਾਸਰੂਮ ਦੇ ਵਿੱਚ ਤੰਗ ਕਰੂਗਾ। ਇਹ ਮਾਡਲ ਉਹਨੂੰ ਸਮਝਾਇਆ ਜਾ ਸਕਦਾ। ਇਹ ਟੀਚੇਬਲ ਇਸ ਕਰਕੇ ਆ, ਇਹਨੂੰ ਔਰਿਡ ਮੈਥਡ ਕਹਿੰਦੇ ਆ, ORID, ਔਰਿਡ ਮੈਥਡ। ਇਹਦਾ ਬੇਸਿਕ ਇਹ ਹੈਗਾ ਕਿ ਪਹਿਲਾਂ ਉਸ ਬੱਚੇ ਦੇ ਨਾਲ ਜੇ ਆਪਾਂ ਗੱਲ ਕਰਨੀ ਆ, ਜੇ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਕੋਈ ਬੱਚਾ ਬਹੁਤ ਜ਼ਿਆਦਾ ਟੈਲੀਵਿਜ਼ਨ ਦੇਖਦਾ ਤਾਂ ਮਾਂ-ਬਾਪ ਉਹਨੂੰ ਕਹਿੰਦੇ ਆ, ਬੇਟੇ ਅੱਜ ਇੰਨਾ ਟੈਲੀਵਿਜ਼ਨ ਨਹੀਂ ਦੇਖਣਾ, ਤੂੰ ਸਿਰਫ ਥੋੜ੍ਹਾ ਟੈਲੀਵਿਜ਼ਨ ਦੇਖਿਆ ਕਰ, ਹੁਣ ਜਾ ਕੇ ਹੋਮਵਰਕ ਕਰ, ਤੈਨੂੰ ਸਮਝ ਆ ਗਈ? ਤਾਂ ਬੱਚਾ ਕਹਿੰਦਾ ਹਾਂਜੀ ਮੈਨੂੰ ਸਮਝ ਆ ਗਈ। ਕੀ ਕਰੇਗਾ? ਉਹ ਕਹਿੰਦਾ ਮੈਂ ਥੋੜ੍ਹਾ ਟੈਲੀਵਿਜ਼ਨ ਦੇਖੂੰਗਾ, ਹੁਣ ਮੈਂ ਜਾ ਕੇ ਕੰਮ ਕਰਨਾ। ਠੀਕ ਆ। ਜਦੋਂ ਕੱਲ੍ਹ ਨੂੰ ਹੁੰਦਾ, ਕੱਲ੍ਹ ਨੂੰ ਫਿਰ ਬੈਠਾ ਟੈਲੀਵਿਜ਼ਨ ਦੇਖੀ ਜਾਂਦਾ। ਪਰਸੋਂ ਨੂੰ ਉਹਨੂੰ ਕਹੋਗੇ ਵੀ ਤੈਨੂੰ ਮੈਂ 2 ਦਿਨ ਹੋ ਗਏ ਤੈਨੂੰ ਸਮਝਾਈ ਜਾਂਦਾ ਵੀ ਤੂੰ ਟੈਲੀਵਿਜ਼ਨ ਨਹੀਂ ਦੇਖਣਾ ਇੰਨਾ, ਤੂੰ ਜਿਉਂ ਸਵੇਰ ਤੋਂ ਬੈਠਾ ਸ਼ਾਮ ਤੱਕ ਤੂੰ ਟੈਲੀਵਿਜ਼ਨ ਦੇਖੀ ਜਾਂਦਾ, ਹਰ ਰੋਜ਼ ਮੈਨੂੰ ਤਾਂ ਸਮਝਾਉਣਾ ਪੈਂਦਾ, ਤੇਰੇ ਦਿਮਾਗ 'ਚ ਕੁਝ ਪੈਂਦਾ ਨਹੀਂ? ਉਹ ਚੁੱਪ ਕਰਕੇ ਤੁਹਾਨੂੰ ਆਏ ਜੇ ਕਰਕੇ ਦੇਖਦਾ ਵੀ ਜਿਵੇਂ ਪਤਾ ਨਹੀਂ ਤੁਸੀਂ ਕੀ ਫਾਰਸੀ ਬੋਲੀ ਜਾਂਦੇ ਆ। ਉਹਦਾ ਇੱਕ ਰੀਜ਼ਨ ਆ, ਉਹਦਾ ਰੀਜ਼ਨ ਇਹ ਆ ਕਿ ਅਸੀਂ ਉਹਨੂੰ ਆਹ ਮੈਥਡ ਨਹੀਂ ਫਾਲੋ ਕੀਤਾ। ਮੈਥਡ 'ਚ ਕੀ ਆ, ਜਿਹੜਾ ਪਹਿਲਾ ਲਫ਼ਜ਼ ਆ ਨਾ, ਪਹਿਲਾ ਪਾਰਟ ਆ, ਉਹ ਹੈਗਾ ਫੈਕਚੁਅਲ। ਜੇ ਅਸੀਂ ਇਹ ਚੰਗੀ ਤਰ੍ਹਾਂ ਫੈਕਚੁਅਲ ਸਮਝਾਵਾਂਗੇ ਨਹੀਂ ਤੇ ਅਸੀਂ ਸਿੱਧਾ ਡਿਸੀਜਨ 'ਤੇ ਆ ਗਏ, ਲਾਸਟ ਪੁਆਇੰਟ 'ਤੇ ਡਿਸੀਜਨ 'ਤੇ, ਉਹਦੇ 'ਚ ਆਪਾਂ ਕਹਤਾ ਵੀ ਤੂੰ ਟੈਲੀਵਿਜ਼ਨ ਨਹੀਂ ਦੇਖਣਾ, ਉਹਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਾਹਤੇ ਦਿਨ ਨਹੀਂ ਦੇਖਣਾ, ਉਹ ਤਾਂ ਸਮਝ ਹੀ ਨਹੀਂ ਆਇਆ। ਇਸ ਕਰਕੇ ਬੱਚਾ ਨਹੀਂ ਸਮਝਦਾ। ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਵੀ ਕਿਸੇ ਬੱਚੇ ਨੂੰ ਟੈਲੀਵਿਜ਼ਨ ਤੋਂ ਹਟਾਉਣ ਵਾਸਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਇੱਕ ਬੱਚਾ 4 ਘੰਟੇ ਟੈਲੀਵਿਜ਼ਨ ਦੇਖਦਾ ਤੇ ਉਹਨੂੰ 1 ਘੰਟਾ ਆਪਾਂ ਕਹਿੰਦੇ ਆ ਵੀ ਤੂੰ ਹੁਣ 4 ਤੋਂ 1 ਘੰਟੇ 'ਤੇ ਆ ਜਾ, ਉਸ ਨੂੰ 21 ਦਿਨ ਲੱਗਣਗੇ। ਸੋ ਜਿਹੜਾ 21 ਦਿਨ ਦਾ ਜਿਹੜਾ ਟਾਈਮ ਪੀਰੀਅਡ ਆ, ਇਹ ਜਾਣੀ ਮੰਨਿਆ ਜਾਂਦਾ ਕਿ ਜਿਹੜੀ ਆਦਤ ਆ ਉਹ ਅਪਰੋਕਸੀਮੇਟਲੀ 21 ਦਿਨ ਲੈਂਦੀ ਆ। ਔਰ ਜਿਹੜਾ ਦਿਮਾਗ ਆ ਇਹ 7ਵੇਂ ਦਿਨ ਸ਼ਰਾਰਤ ਕਰਦਾ। ਜੇ ਤੁਸੀਂ ਆਪਣਾ ਭਾਰ ਘਟਾਉਣਾ ਹੋਵੇ ਤਾਂ ਤੁਸੀਂ ਪਹਿਲੇ 6 ਦਿਨ ਬੜੇ ਵਧੀਆ ਭਾਰ ਘਟਾਓਗੇ। ਜੇ ਤੁਸੀਂ ਐਕਸਰਸਾਈਜ਼ ਸ਼ੁਰੂ ਕਰਨੀ ਆ 6 ਦਿਨ ਬਹੁਤ ਵਧੀਆ ਐਕਸਰਸਾਈਜ਼ ਹੋ, 7ਵੇਂ ਦਿਨ ਤੁਹਾਡਾ ਦਿਮਾਗ ਕਹੂਗਾ ਯਾਰ ਬੱਸ ਕਰ, ਐਵੇਂ ਨਾੜ ਨੂੜ ਚੜ੍ਹ ਜੂਗੀ, ਫਿਰ ਡਾਕਟਰਾਂ ਦੇ ਭੱਜਿਆ ਫਿਰੇਗਾ, ਬੱਸ ਕਰ ਰਹਿਣ ਦੇ। ਤੁਹਾਡਾ ਦਿਮਾਗ ਹੀ ਤੁਹਾਡੇ ਨਾਲ ਸ਼ਰਾਰਤਾਂ ਕਰਦਾ 7ਵੇਂ ਦਿਨ। ਹੁਣ ਜੇ ਤੁਸੀਂ ਉਹ 7ਵੇਂ ਦਿਨ ਨੂੰ ਟੱਪੇ ਨਾ, ਉਹ 21 ਦਿਨ ਦੀ ਤੁਹਾਡੀ ਉਹ ਹੈਬਿਟ ਨਹੀਂ ਬਣਨੀ, ਕਿਉਂਕਿ ਦਿਮਾਗ ਨਹੀਂ ਚਾਹੁੰਦਾ ਵੀ ਤੁਸੀਂ ਚੇਂਜ ਕਰੋ, ਕਿਉਂਕਿ ਦਿਮਾਗ ਉਸੇ ਤਰ੍ਹਾਂ ਹੀ ਚਾਹੁੰਦਾ ਜਿਵੇਂ ਤੁਸੀਂ ਹੈਗੇ ਹੋ, ਉਹਨੂੰ ਨਹੀਂ ਚੰਗਾ ਲੱਗਦਾ ਚੇਂਜ। ਸੋ ਜਦੋਂ ਆਪਾਂ ਬੱਚੇ ਨੂੰ ਕਹਿੰਦੇ ਆ ਵੀ ਪੁੱਤ ਤੂੰ ਕੋਈ ਕੰਮ ਕਰ ਲਾ, ਤੂੰ ਹੋਮਵਰਕ ਕਰ, ਹਜੇ ਤਾਂ 1 ਦਿਨ ਹੀ ਹੋਇਆ, 20 ਹੋਰ ਪਏ ਆ, ਪਹਿਲਾ ਦਿਨ ਹੀ ਸੀ। ਸੋ ਇਸ ਕਰਕੇ ਜੇ ਆਪਾਂ ਸਾਇੰਟੀਫਿਕ ਤਰੀਕੇ ਨਾਲ ਅਗਰ ਆਪਾਂ ਬੱਚੇ ਨੂੰ ਸਮਝਾਉਂਦੇ ਆ ਜਾਂ ਖੁਦ ਵੀ ਆਪਾਂ ਕੁਝ ਚੇਂਜ ਕਰਨਾ, ਆਪਾਂ ਨੂੰ ਕੋਈ ਆਦਤ ਆ, ਆਪਣੀ ਆਦਤ ਵਧੀਆ ਨਹੀਂ, ਆਪਾਂ ਨੇ ਚੇਂਜ ਕਰਨੀ ਆ, 21 ਦਿਨ ਲਗਾਤਾਰ ਮਿਹਨਤ ਕਰਨੀ ਪੈਂਦੀ ਆ। ਔਰ ਸਾਰੇ ਨਾਲੋਂ ਜ਼ਿਆਦਾ ਔਖਾ ਕੰਮ ਆ 6ਵਾਂ ਤੇ 7ਵਾਂ ਦਿਨ। ਜੇ ਤੁਸੀਂ 6ਵੇਂ 7ਵੇਂ ਦਿਨ ਨੂੰ ਟੱਪ ਗਏ ਬਸ ਫਿਰ ਤੁਸੀਂ ਫਿਰ ਤੁਹਾਡੀ ਸਮੂਥ ਸੇਲਿੰਗ ਆ। ਪਰ ਜੇ ਤੁਸੀਂ 6ਵਾਂ 7ਵਾਂ ਦਿਨ ਨਹੀਂ ਟੱਪਿਆ, ਜਿਹੜੇ ਕਿ ਆਮ ਤੌਰ 'ਤੇ ਨਹੀਂ ਟੱਪਦੇ, ਜੇ ਕਿਸੇ ਨੇ ਰੋਟੀਆਂ ਘੱਟ, ਆਪਣਾ ਵੇਟ ਘੱਟ ਕਰਨਾ, ਭਾਰ ਘਟਾਉਣਾ, ਜੇ ਤੁਸੀਂ ਐਕਸਰਸਾਈਜ਼ ਸ਼ੁਰੂ ਕਰਨੀ ਆ, ਤੁਸੀਂ ਦੇਖੋਗੇ ਕਿ 6ਵੇਂ 7ਵੇਂ ਦਿਨ ਮਤਲਬ ਕਿ ਕੰਮ ਖਰਾਬ ਹੋ ਜਾਂਦਾ ਹੁੰਦਾ, ਰਾਈਟ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਆਪਾਂ ਇਸ ਔਰਿਡ ਮੈਥਡ ਨੂੰ ਫੋਲੋ ਕਰ ਲਈਏ। ਪਹਿਲਾਂ ਫੈਕਟ ਦੱਸੀਏ, ਫਿਰ ਸਾਡੀਆਂ ਫੀਲਿੰਗਸ ਕੀ ਆ ਉਸ ਫੈਕਟ ਬਾਰੇ, ਫਿਰ ਆਪਾਂ ਐਨਾਲਿਸਿਸ ਕਰੀਏ ਵੀ ਕੀ ਹੁੰਦਾ। ਸੋ ਹੁਣ ਇਹਦੇ ਦੇਖੋ ਵੀ ਜੇ ਮੈਂ ਮਤਲਬ ਕਿ ਬੱਚੇ ਨੂੰ ਇਹ ਦੱਸਣਾ ਹੋਵੇ ਵੀ ਬੇਟੇ ਤੂੰ 4 ਘੰਟੇ ਟੈਲੀਵਿਜ਼ਨ ਦੇਖਦਾ, ਤੈਨੂੰ 1 ਘੰਟਾ ਦੇਖਣਾ ਚਾਹੀਦਾ, ਐਸ ਸਾਰੀ ਡਿਸਕਸ਼ਨ ਨੂੰ ਘੱਟੋ ਘੱਟ 1.5 ਘੰਟਾ ਲੱਗਣਾ ਚਾਹੀਦਾ। ਪਰ ਜੇ ਮੈਂ ਸੌਖਾ ਤਰੀਕਾ ਭਾਲਦਾ ਤੇ ਫਿਰ ਮੈਨੂੰ 5 ਮਿੰਟ ਵੀ ਨਹੀਂ ਲੱਗਣੇ। ਤੇ ਸੌਖਾ ਤਰੀਕਾ ਬੜਾ ਸਿੰਪਲ ਹੀ ਆ, ਮੈਂ ਉਹਨੂੰ ਕਹਿੰਦਾ ਵੀ ਤੂੰ ਟੈਲੀਵਿਜ਼ਨ ਨਾ ਦੇਖਿਆ ਕਰ, ਅੱਖਾਂ ਖਰਾਬ ਹੋ ਜਾਣਗੀਆਂ, ਨਾਲੇ ਨਲਾਇਕ ਬਣੇਗਾ, ਪੜ੍ਹ ਨਹੀਂ ਹੋਣਾ, ਮਗਰੋਂ ਫਿਰ ਸੜਕਾਂ 'ਤੇ ਝਾੜੂ ਮਾਰਦਾ ਫਿਰੇਗਾ, ਇਸ ਕਰਕੇ ਪੜ੍ਹ ਲਾ। ਆਹ ਸੌਖਾ ਤਰੀਕਾ ਪੰਜਾਬੀਆਂ ਦਾ, ਲੇਕਿਨ ਇਹ ਕੰਮ ਨਹੀਂ ਕਰਨਾ। ਸੋ ਇਸ ਕਰਕੇ ਜੇ ਆਪਾਂ ਆਹ ਮੈਥਡ ਨੂੰ ਯੂਜ਼ ਕਰੀਏ, ਤੁਸੀਂ ਔਰਿਡ ਨੂੰ ਤੁਸੀਂ ਇਹਨੂੰ ਫੋਲੋ ਕਰੋ, ਤੁਸੀਂ ਦੇਖੋਗੇ ਕਿ ਇਹ ਰਿਜ਼ਲਟ ਲਿਆਉਂਦਾ।
क्योंकि ये थोनों पहला तो बड़े नॉर्मल लैवल के फैक्ट्स थोनों देखने पैंदे आ, उस तो बाद थोनों फीलिंग्स बारे गल करनी पैंदियां, बच्चे दियां की फीलिंग्स आ, उन्होंने लाइक करूगा। हुण तुसीं उन्होंने कहने हो भी तुसीं 1 घंटा देखो उहदे नाल की बीतूगी, उहदियां फीलिंग्स नूं ओह प्रोसैस करनियां। फिर उस तो बाद आपां एनालिसिस करनी आ भी जे तू 4 घंटे देखदा रहा तो हुण 1 घंटा देखेगा तेन फायदे की होणगे, नुकसान की होणगे, तो फिर फाइनली डिसीजन लैना आपां भी की तू एग्री करदा। सो ये आ जिहड़ा प्रोसैस आ एक लंबा प्रोसैस आ। सो जे तुसी मतलब कि इस चीज़ ਨੂੰ थोड़ा ਜਿਹਾ ਤੁਸੀਂ फॉलो करोगे, ਤੁਹਾਡੀ ਕਲਾਸਰੂਮ ਦੇ ਵਿੱਚ ਉਹ ਬੱਚੇ ਜਿਹੜੇ ਕਿ ਡਿਸਪਲਿਨਡ ਨਹੀਂ ਗੇ ਉਹ ਵੀ ਡਿਸਪਲਿਨ ਹੋ ਜਾਣਗੇ, ਪਲੱਸ ਤੁਹਾਨੂੰ ਖੁਦ ਨੂੰ ਵੀ ਫਾਇਦਾ ਹੋਊਗਾ। ਨੈਕਸਟ ਪਲੀਜ਼। ਇੱਕ ਹੋਰ ਪ੍ਰੋਬਲਮ ਸੋਲਵਿੰਗ ਦਾ ਇਹ ਇੱਕ ਡਿਫਰੈਂਟ ਮੈਥਡ ਆ, ਇਹ ਵਾਲਾ ਜਿਹੜਾ ਹੈਗਾ ਇਹ ਉਹਨਾਂ ਬੱਚਿਆਂ ਨੂੰ ਅਸੀਂ ਯੂਜ਼ ਕਰਦੇ ਹਾਂ, ਯੂਥ ਨੂੰ ਜਿਹੜੇ ਬੱਚੇ ਗੈਂਗ 'ਚ ਸ਼ਾਮਲ ਹੁੰਦੇ ਆ। ਗੈਂਗਸ ਦਾ ਮਤਲਬ ਆ ਮੈਨੂੰ ਨਹੀਂ ਪਤਾ ਇੱਥੇ ਪੰਜਾਬ ਦਾ, ਕਿਉਂਕਿ ਮੇਰਾ ਯੂਥ ਦੇ ਨਾਲ ਬੜਾ ਵਾਹ ਨਹੀਂ ਪਿਆ, ਪਰ ਸਾਡੇ ਕੈਨੇਡਾ ਦੇ ਵਿੱਚ ਗੈਂਗਸ ਉਹਨਾਂ ਬੱਚੇ ਉਹਨਾਂ ਗੈਂਗਸ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਜਿਹੜੇ ਪ੍ਰੋਫੈਸ਼ਨਲ ਚੋਰੀ ਕਰਦੇ ਆ, ਡਰੱਗ ਵੇਚਦੇ ਆ, ਡਰੱਗ 'ਚ ਇਨਵੋਲਵ ਹੁੰਦੇ ਆ, ਅਤੇ ਉਹਨਾਂ ਨੂੰ ਫਿਰ ਕੱਢਣਾ ਬੜਾ ਮੁਸ਼ਕਲ ਹੁੰਦਾ। ਇਹ ਫਿਰ ਪ੍ਰੋਬਲਮ ਸੋਲਵਿੰਗ ਮੈਥਡ ਉਹਨਾਂ ਬੱਚਿਆਂ ਦੇ ਨਾਲ ਹੁੰਦੇ ਆ, ਉਹਨਾਂ ਦੇ ਨਾਲ ਸਾਨੂੰ ਪ੍ਰੋਸੈਸ ਕਰਨਾ ਪੈਂਦਾ ਤਾਂ ਕਿ ਉਹ ਸਮਝਣ, ਕਿਉਂਕਿ ਉਹਨਾਂ ਦਾ ਇੱਕ ਆਪਣੀ ਹੋਈ ਇੱਕ ਜ਼ਿੰਦਗੀ ਹੋ ਜਾਂਦੀ ਆ, ਆਪਣੀ ਇੱਕ ਲੈਂਗੁਏਜ ਬਣ ਜਾਂਦੀ ਆ, ਉਹਨਾਂ ਦਾ ਪਹਿਰਾਵਾ ਵੀ ਵੱਖਰਾ ਹੋ ਜਾਂਦਾ, ਉਹਨਾਂ ਦੀ ਸੋਚ ਵੀ ਵੱਖਰੀ ਹੋ ਜਾਂਦੀ ਆ। ਉਹਨਾਂ ਨੂੰ ਜਦੋਂ ਲਿਆਉਣਾ ਹੁੰਦਾ ਆਹ ਟੈਕਨੀਕ ਯੂਜ਼ ਕਰੀਦੀ ਆ। ਤੁਸੀਂ ਵੀ ਇਹ ਟੈਕਨੀਕ ਯੂਜ਼ ਕਰ ਸਕਦੇ ਆ, ਤੁਸੀਂ ਇਹਨੂੰ ਯੂਜ਼ ਕਰ ਸਕਦੇ, ਜ਼ਰੂਰੀ ਨਹੀਂ ਵੀ ਉਹਨਾਂ ਬੱਚਿਆਂ ਨਾਲ ਹੀ ਜਿਹੜੇ ਬਹੁਤ ਜ਼ਿਆਦਾ ਵਿਗੜੇ ਹੋਏ ਆ ਉਹਨਾਂ ਨਾਲ ਹੀ ਕਰਨਾ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਇਹ ਪੇਡ ਮੈਥਡ ਆ। ਪਹਿਲਾਂ ਪ੍ਰੋਬਲਮ ਸਟੇਟਮੈਂਟ ਐਨਾਲਾਈਜ਼ ਕਰਨੀ ਆ, ਫਿਰ ਪ੍ਰੋਬਲਮ ਨੂੰ ਡਿਟੇਲ ਦੇ ਵਿੱਚ ਐਨਾਲਾਈਜ਼ ਕਰਨਾ, ਫਿਰ ਉਹ ਕਾਹਤੇ ਹੁੰਦੀ ਆ ਉਹਦੇ ਬਾਰੇ ਗੱਲ ਕਰੀਦੀ ਆ, ਫਿਰ ਕਿਉਂ ਹੁੰਦੀ ਆ ਉਹਦੇ ਬਾਰੇ ਗੱਲ ਕਰੀਦੀ ਆ, ਅਤੇ ਫਿਰ ਆਪਾਂ ਉਹਦਾ ਸੋਲਿਊਸ਼ਨ ਲੱਭ ਲੈਂਦੇ ਹਾਂ। ਸੋ ਆਹ 4 ਚੀਜ਼ਾਂ ਦੇ ਵਿੱਚ ਦੀ ਆਪਾਂ ਨਿਕਲਦੇ ਹਾਂ ਅਤੇ ਇਹ ਪ੍ਰੋਬਲਮ ਸੋਲਵ ਹੁੰਦੀ ਹੈ। ਇੱਕ ਚੀਜ਼ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਪੰਜਾਬੀ ਜਿਹੜੇ ਆ ਉਹ ਬਹੁਤੇ ਹੱਦ ਤੱਕ ਆਪਾਂ ਇਹ ਚੀਜ਼ ਦਾ ਵਿਸ਼ਵਾਸ ਰੱਖਦੇ ਹਾਂ ਕਿ ਹਰ ਇੱਕ ਚੀਜ਼ ਦਾ ਸ਼ਾਰਟਕੱਟ ਆ, ਹਰ ਇੱਕ ਚੀਜ਼ ਦਾ ਸ਼ਾਰਟਕੱਟ ਆਪਾਂ ਨੇ ਭਾਲਿਆ ਹੋਇਆ। ਔਰ ਮੈਂ ਮਤਲਬ ਕਿ ਕਿਉਂਕਿ ਮੇਰੀ ਮੇਰੇ ਜਾਣੀ ਬਹੁਤੀ ਜਿਹੜੀ ਪਰਵਰਿਸ਼ ਸੀਗੀ ਉਹ ਬਾਹਰਲੇ ਮੁਲਕਾਂ 'ਚ ਹੀ ਹੋਈ ਆ। ਮੇਰੇ ਫਾਦਰ ਡਿਪਲੋਮੈਟ ਸੀਗੇ ਅਤੇ ਇਸ ਕਰਕੇ ਮੈਂ ਬਾਹਲਾ ਨਹੀਂ ਇੱਥੇ ਪੜ੍ਹਿਆ, ਪਰ ਮੈਂ ਹੁਣ ਜਦੋਂ ਮੈਂ ਬਹੁਤੀ ਵਾਰੀ ਆਉਣਾ ਮੈਨੂੰ ਬੜੀ ਹੈਰਾਨੀ ਹੁੰਦੀ ਆ, ਕਿਉਂਕਿ ਸਾਡੇ ਕੈਨੇਡਾ 'ਚ ਮਿਲਦੀਆਂ ਨਹੀਂ ਗੀਆਂ, ਇੱਥੇ ਆਪਣੇ ਇੰਡੀਆ ਦੇ ਵਿੱਚ ਉਹ ਮਿਲਦੀਆਂ, ਬੁੱਕਸ ਮਿਲਦੀਆਂ ਜਿਹੜੀਆਂ ਸ਼ਾਰਟਕੱਟ ਆ ਪੜ੍ਹਾਈ ਵਾਸਤੇ। ਜਾਣੀ ਤੁਹਾਨੂੰ ਪੂਰੀ ਸ਼ੈਕਸਪੀਅਰ ਨਹੀਂ ਪੜ੍ਹਨਾ ਪੈਂਦਾ, ਪਰ ਇੱਕ ਛੋਟੀ ਜਿਹੀ ਬੁੱਕ ਮਿਲ ਜਾਂਦੀ ਹੈ ਜਿਹੜੀ ਉਸ ਸ਼ੈਕਸਪੀਅਰ ਦਾ ਸਿੰਥਸਿਸ ਹੁੰਦਾ ਹੈ ਨਾ। ਹਾਂਜੀ, ਅਤੇ ਉਹ ਜਿਹੜੇ ਸ਼ਾਰਟਕੱਟ ਆ ਇਸੇ ਤਰ੍ਹਾਂ ਹੀ ਸ਼ਾਰਟਕੱਟ ਹੈਗੇ ਆ ਕਿ ਅਸੀਂ ਲੀਗਲ ਤਰੀਕੇ ਨਾਲ ਚੀਜ਼ਾਂ ਨਹੀਂ ਕਰਨੀਆਂ ਅਤੇ ਅਸੀਂ ਸ਼ਾਰਟਕੱਟ ਭਾਲਣਾ। ਜਿਵੇਂ ਜੇ ਹੁਣ ਫਾਰ ਐਗਜ਼ਾਮਪਲ ਤੁਸੀਂ ਕੈਨੇਡਾ ਆਉਣਾ ਹੋਵੇ, ਤੁਹਾਡੇ ਕੋਲ B.Ed ਹੈਗੀ ਆ, ਬੜੀ ਵਧੀਆ, ਤੁਸੀਂ ਕੈਨੇਡਾ ਹਾਈ ਕਮਿਸ਼ਨ ਨੂੰ ਉੱਥੇ ਦਿੱਲੀ ਨੂੰ ਚਿੱਠੀ ਪਾਓ, ਉਹਨਾਂ ਨੂੰ ਕਹੋ ਮੈਂ B.Ed ਕੀਤੀ ਹੋਈ ਆ, ਆਈ ਵੁੱਡ ਲਾਈਕ ਟੂ ਗੋ ਟੂ, ਉਹ ਕਹਿਣਗੇ ਵੀ ਤੁਸੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਟੈਸਟ ਦਿਓ, ਉਸ ਤੋਂ ਬਾਅਦ ਐਪਲੀਕੇਸ਼ਨ ਭਰੋ ਅਤੇ ਤੁਹਾਡਾ ਕੋਈ ਪ੍ਰੋਸੈਸ ਆ 3 ਸਾਲ 'ਚ ਤੁਸੀਂ ਕੈਨੇਡਾ ਪਹੁੰਚ ਜਾਓਗੇ। ਸਿੰਪਲ ਜਿਹਾ ਕੰਮ ਆ, ਬੜਾ ਸਿੰਪਲ ਜਿਹਾ। ਲੇਕਿਨ ਉਹ 3 ਸਾਲ ਜਿਹੜੀ ਤੁਸੀਂ ਮਿਹਨਤ ਕਰਨੀ ਆ ਉਹ ਆਪਣੇ ਬੰਦੇ ਮਿਹਨਤ ਨਹੀਂ ਕਰਦੇ। ਆਪਣੇ ਬੰਦੇ ਕਹਿੰਦੇ ਆ ਵੀ ਓਕੇ ਚੰਗਾ ਜੀ, ਸਾਨੂੰ ਤੁਸੀਂ ਟਿਕਟ ਭੇਜ ਦਿਓ, ਅਸੀਂ ਐਜ਼ ਏ ਵਿਜ਼ਿਟਰ ਆ ਜਾਂਦੇ ਹਾਂ, ਵਿਜ਼ਿਟਰ ਆ ਕੇ ਉੱਥੇ ਜਾ ਕੇ ਅਪਲਾਈ ਕਰ ਦਾਂਗੇ, ਉੱਥੇ ਜਾ ਕੇ ਅਸੀਂ ਕੋਈ ਕੁੜੀ ਮੁੰਡਾ ਲੱਭ ਲਾਂਗੇ ਅਤੇ ਦੈਨ ਲਾਈਫ ਵਿਲ ਬੀ ਫਾਈਨ। ਆਹ ਜਿਹੜਾ ਸ਼ਾਰਟਕੱਟ ਆ ਇਹ ਨੁਕਸਾਨ ਬੜਾ ਪਹੁੰਚਾਉਂਦਾ ਜ਼ਿੰਦਗੀ ਦੇ ਵਿੱਚ। ਇਹਦਾ ਰੀਜ਼ਨ, ਇਹਦਾ ਸ਼ਾਰਟਕੱਟ ਦਾ ਇਹ ਆ ਕਿ ਆਪਾਂ ਨੂੰ ਲੱਗਦਾ ਵੀ ਅਸੀਂ ਮੁਸ਼ਕਿਲ ਛੇਤੀ ਸੋਲਵ ਕਰ ਲੈਂਦੇ ਹਾਂ, ਪਰ ਇਹ ਮੁਸ਼ਕਿਲਾਂ ਕਦੇ ਵੀ ਛੇਤੀ ਨਹੀਂ ਸੋਲਵ ਹੁੰਦੀਆਂ। ਮੁਸ਼ਕਿਲ ਦਾ ਇੱਕ ਆਪਣਾ ਹੀ ਟਾਈਮ ਆ। ਤੁਹਾਡੇ ਹਿਸਾਬ ਨਾਲ ਜੇ ਮੈਂ ਤੁਹਾਨੂੰ ਕੁਐਸਚਨ ਪੁੱਛਾਂ, ਇੱਕ 18 ਸਾਲ ਦਾ ਮੁੰਡਾ ਤੁਹਾਡੇ ਕੋਲੇ ਆਉਂਦਾ, ਬਹੁਤ ਜ਼ਿਆਦਾ ਵਿਗੜ ਚੁੱਕਿਆ, ਬਿਲਕੁਲ ਸਕੂਲ ਨਹੀਂ ਜਾਂਦਾ, 4-5 ਵਾਰੀ ਪੁਲਿਸ ਨੇ ਫੜ ਲਿਆ, ਨਸ਼ੇ ਬਹੁਤ ਜ਼ਿਆਦਾ ਕਰਦਾ, 3 ਵਾਰੀ ਐਕਸੀਡੈਂਟ ਕਰ ਚੁੱਕਿਆ, ਹੁਣ ਉਹਨੂੰ ਜੱਜ ਕਹਿੰਦਾ ਵੀ ਤੈਨੂੰ ਮੈਂ ਜੇਲ੍ਹ ਕਰ ਦੇਣੀ ਆ। ਮੈਂ ਤੁਹਾਡੇ ਨਾਲ ਵੈਸੇ ਸ਼ੇਅਰ ਕਰ ਰਿਹਾ, ਤੁਹਾਡਾ ਕੀ ਖਿਆਲ ਆ ਉਹ 18 ਸਾਲ ਦਾ ਹੋਇਆ, ਉਹਨੂੰ ਠੀਕ ਹੋਣ ਨੂੰ ਕਿੰਨਾ ਟਾਈਮ ਲੱਗੂਗਾ ਤੁਹਾਡੇ ਹਿਸਾਬ ਨਾਲ? ਕਿੰਨਾ ਕੁ ਲੱਗੂਗਾ? ਕੋਈ ਜਣਾ ਕਿੰਨੀ ਕੁ ਦੇਰ ਲੱਗੂਗੀ ਤੁਹਾਡੇ ਹਿਸਾਬ ਨਾਲ ਠੀਕ ਹੋਣ ਨੂੰ ਉਹਨੂੰ? ਸੋ ਹਾਂ, ਸੋ ਕਹਿਣ ਤੋਂ ਮੇਰਾ ਭਾਵ ਆ ਕਿ ਜਿਹੜਾ ਜਨੈਰਿਕ ਜਿਹੜਾ ਰੂਲ ਮੰਨਿਆ ਜਾਂਦਾ, ਪ੍ਰੋਬਲਮ ਦਾ ਜਿੰਨੇ ਸਾਲ ਪ੍ਰੋਬਲਮ ਨੂੰ ਡਿਵੈਲਪ ਹੋਣ ਨੂੰ ਲੱਗੇ ਉਹਦੇ ਤੋਂ ਅੱਧੇ ਸਾਲ ਠੀਕ ਹੋਣ ਨੂੰ ਲੱਗਦੇ ਆ। ਸੋ 18 ਸਾਲ ਦਾ ਅਗਰ ਬੱਚਾ ਵਿਗੜਿਆ ਹੋਇਆ ਸਾਡੇ ਕੋਲੇ ਆਉਂਦਾ ਤਾਂ 9 ਸਾਲ ਚਾਹੀਦੇ ਆ ਉਹਨੂੰ ਠੀਕ ਹੋਣ ਨੂੰ। ਲੇਕਿਨ ਇੰਨੀ ਪੇਸ਼ੈਂਸ ਨਹੀਂ ਗੀ ਆਪਣੇ ਮਾਂ-ਬਾਪ 'ਚ, ਪੇਸ਼ੈਂਸ ਨਹੀਂ ਗੀ ਇੰਨੀ ਵੀ ਉਹ ਪਿਆਰ ਨਾਲ ਆ ਕੇ ਠੀਕ ਤਰ੍ਹਾਂ। ਇਸੇ ਤਰ੍ਹਾਂ ਹੀ ਤੁਸੀਂ ਦੇਖੋਗੇ ਕਿ ਜਦੋਂ ਆਪਾਂ
ਕਿਸੇ ਵੀ ਇਨਸਾਨ ਨੂੰ ਕੋਈ ਮੁਸ਼ਕਲ ਆ, ਅਗਰ ਉਹਨੇ ਆਪਣੀ ਆਦਤ ਚੇਂਜ ਕਰਨੀ ਆ, ਬਹੁਤ ਲੰਬਾ ਟਾਈਮ ਚਾਹੀਦਾ। ਔਰ ਇੱਕ ਹੋਰ ਚੀਜ਼ ਵੀ ਜਿਹੜੀ ਮੈਂ ਮਤਲਬ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਸਿੱਖਦਾ ਵੀ ਆਪਾਂ ਨੂੰ ਕੁਛ ਵੀ ਹਿਊਮਨ ਬੀਇੰਗਸ ਨੂੰ ਕੁਛ ਚੰਗਾ ਕੰਮ ਕਰਨ ਵਾਸਤੇ ਬੜਾ ਲੰਬਾ ਟਾਈਮ ਆ। ਤੁਹਾਨੂੰ B.Ed ਕਰਨ ਨੂੰ ਕਿੰਨੇ ਸਾਲ ਲੱਗੇ? ਪਹਿਲਾਂ ਤੁਸੀਂ ਗ੍ਰੇਡ 12 ਕੀਤਾ, ਉਸ ਤੋਂ ਬਾਅਦ ਫਿਰ BA ਦੀ ਡਿਗਰੀ ਕੀਤੀ, ਉਸ ਤੋਂ ਬਾਅਦ ਤੁਸੀਂ ਫਿਰ B.Ed ਕੀਤੀ। ਕਿੰਨਾ ਲੰਬਾ ਟਾਈਮ ਆ। ਤੁਹਾਡਾ ਕੀ ਖਿਆਲ ਆ ਕਿ ਜੇ ਕਿਸੇ ਨੇ ਜੂਆ ਖੇਲਣਾ ਸਿੱਖਣਾ ਹੋਵੇ ਜਾਂ ਸ਼ਰਾਬ ਪੀਣੀ ਸਿੱਖਣੀ ਹੋਵੇ, ਉਹਨੂੰ ਇੰਨੇ ਸਾਲ ਲੱਗਣਗੇ? ਨਾ ਜਾਂ ਕੋਈ ਯੂਨੀਵਰਸਿਟੀ ਡਿਗਰੀ ਦਿੰਦੀ ਆ ਵੀ ਓਕੇ ਵੀ ਤੂੰ ਸ਼ਰਾਬੀ ਬਣਨਾ, ਚੱਲ ਆ ਜਾ 2 ਸਾਲ ਲਾ ਲਾ ਫਿਰ ਤੈਨੂੰ ਆ ਜੂਗੀ ਕਿਵੇਂ ਸਿੱਖਣੀ ਆ। ਮਾੜੀ ਚੀਜ਼ ਦੀ ਤਾਂ ਕੋਈ ਸਿੱਖਣ ਦੀ ਲੋੜ ਹੀ ਨਹੀਂ, ਆਪੇ ਹੀ ਸਿੱਖ ਲੈਂਦਾ ਬੰਦਾ। ਚੰਗੀ ਚੀਜ਼ ਸਿੱਖਣ ਨੂੰ ਦੇਖੋ ਕਿੰਨੇ ਕਿੰਨੇ ਸਾਲ ਲੱਗਦੇ ਆ। ਸੋ ਇਸ ਕਰਕੇ ਜਿਹੜੀਆਂ ਮੁਸ਼ਕਲਾਂ, ਜਦੋਂ ਮੁਸ਼ਕਲ ਆਉਂਦੀ ਆ ਉਹਦਾ ਟਾਈਮ ਨਹੀਂ ਲੱਗਦਾ, ਔਰ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਆਉਂਦੀ ਆ ਮੁਸ਼ਕਲ, ਉਹ ਆਪਣੇ ਐਗਜ਼ੈਕਟਲੀ ਆਪਣੀਆਂ ਅੱਖਾਂ ਦੇ ਸਾਹਮਣੇ ਆਉਂਦੀ ਆ। ਲੇਕਿਨ ਜਦੋਂ ਠੀਕ ਹੋਣਾ ਹੁੰਦਾ ਉਦੋਂ ਆਪਾਂ ਸਮਹਾਉ ਚਾਹੁੰਦੇ ਹਾਂ ਵੀ ਬਸ ਹੁਣ। ਔਰ ਇਹਦਾ ਫਾਇਦਾ ਪਤਾ ਕੌਣ ਉਠਾਉਂਦਾ? ਛੇਤੀ ਦਾ, ਸ਼ਾਰਟਕਟ ਦਾ, ਜੋਤਸ਼ੀ। ਸਾਡੇ ਕੈਨੇਡਾ 'ਚ ਵੀ ਹੈਗੇ ਆ ਬਹੁਤ ਸਾਰੇ, ਤੁਸੀਂ ਕੱਢਤੇ ਅਸੀਂ ਰੱਖ ਲਏ। ਔਰ ਉਹ ਕੀ ਕਰਦੇ ਆ? ਉੱਥੇ ਵੀ ਨਸ਼ਿਆਂ ਦੀ ਬਹੁਤ ਪ੍ਰੋਬਲਮ ਆ, ਕਿਉਂਕਿ ਪੰਜਾਬੀ ਕਮਿਊਨਿਟੀ ਦਾ, ਪੰਜਾਬੀ ਤਾਂ ਫਿਰ ਸਾਰੀ ਜਗ੍ਹਾ ਇੱਕੋ ਜਿਹੀ ਆ ਨਾ। ਉੱਥੇ ਵੀ ਉਹ ਬੈਠੇ ਆ, ਉਹ ਕਹਿੰਦੇ ਅਸੀਂ ਤੁਹਾਡੀ ਸ਼ਰਾਬ ਛਡਾਵਾਂਗੇ, $500 ਦਿਓ, ਕ੍ਰੈਡਿਟ ਕਾਰਡ ਵਿੱਚ ਸਵਾਈਪ ਕਰ ਦਿਓ ਇੱਕ ਵਾਰੀ ਅਤੇ ਆਹ ਪੁੜੀ ਲੈ ਜਾਓ, ਬਸ ਮੁੜ ਕੇ ਨਹੀਂ ਕਹਿੰਦਾ ਇਹ ਦਾਰੂ ਪੀ ਲਓ। ਉੱਥੇ ਵੀ ਹੈਗੇ ਆ, ਇਹ ਨਹੀਂ। ਕਿਉਂ? ਕਿਉਂਕਿ ਸਾਨੂੰ ਇਹ ਲੱਗਦਾ ਵੀ ਜੇ ਅਸੀਂ ਕਿਸੇ ਮਾਹਰ ਕੋਲੇ ਜਾਵਾਂਗੇ, ਜਿਹੜਾ ਕੋਈ ਸਾਈਕੋਲੋਜਿਸਟ ਆ, ਕੋਈ ਸੋਸ਼ਲ ਵਰਕਰ ਆ, ਕੋਈ ਮੈਡੀਕਲ ਡਾਕਟਰ ਆ, ਉਹ ਟਾਈਮ ਲਊਗਾ, ਐਨਾਲਿਸਿਸ ਕਰੂਗਾ, ਫਿਰ ਉਹ ਟੈਸਟ ਲਈ ਭੇਜੂਗਾ, ਫਿਰ ਉਹ ਤੁਹਾਨੂੰ ਗਾਈਡ ਕਰੂਗਾ ਵੀ ਤੁਸੀਂ ਆਹ ਨਹੀਂ ਕਰਨਾ, ਤੁਸੀਂ ਆਹ ਨਹੀਂ ਕਰਨਾ, ਆਏਂ ਤੁਸੀਂ ਇਹਦੇ ਨਾਲ ਵਿਚਰਨਾ, ਆਏਂ ਤੁਸੀਂ ਇਹਦੇ ਨਾਲ ਗੱਲ ਕਰਨੀ ਆ। ਉਹਨਾਂ ਤਾਂ ਕਹਿੰਦਾ ਸਾਡੇ ਕੋਲੇ ਟਾਈਮ ਹੀ ਹੈ ਨਹੀਂ, ਸਾਨੂੰ ਤਾਂ ਛੇਤੀ ਦੱਸੋ ਕੀ ਕਰਨਾ। ਸੋ ਆਹ ਜਿਹੜੀ ਛੇਤੀ ਆ, ਇਹ ਸਕਸੈਸ ਨਹੀਂ ਹੋਣ ਦਿੰਦੀ ਬੰਦੇ ਨੂੰ। ਦੇਰ ਇਜ਼ ਨੋ ਸੱਚ ਛੇਤੀ, ਕੁਛ ਨਹੀਂ ਗਾ, ਕੋਈ ਛੇਤੀ ਨਹੀਂ ਗੀ। ਰਾਈਟ, ਸੋ ਇਟ ਟੇਕਸ ਏ ਲੌਂਗ ਟਾਈਮ। ਰਾਈਟ, ਨੈਕਸਟ ਇੱਕ ਹੋਰ ਆਹ ਡਿਸੀਜਨ ਮੇਕਿੰਗ ਦਾ ਮੈਥਡ ਆ। ਮੈਂ ਸੋਚਦਾ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜ਼ਿੰਦਗੀ ਦੇ ਡਿਸੀਜਨ ਬਣਾਉਣੇ ਆ। ਇੱਕ ਦਿਨ ਤੁਸੀਂ ਇਹ ਡਿਸਾਈਡ ਕਰੋਗੇ ਕਿ ਤੁਸੀਂ M.Ed ਕਰਨੀ ਆ, ਤੁਸੀਂ ਪ੍ਰੋਫੈਸਰ ਲੱਗਣਾ, ਕਿਸੇ ਯੂਨੀਵਰਸਿਟੀ 'ਚ ਟੀਚ ਕਰਨਾ, ਜਾਂ ਤੁਸੀਂ ਕੁਛ ਹੋਰ ਬਣਨਾ। ਹਜ਼ਾਰਾਂ ਤਰ੍ਹਾਂ ਦੇ ਤੁਸੀਂ ਡਿਸੀਜਨ ਕਰਨੇ ਹੋ। ਆਹ ਇੱਕ ਡਿਸੀਜਨ ਮੇਕਿੰਗ ਮਾਡਲ ਆ ਵੀ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਡਿਸਾਈਡ ਕਰ ਸਕਦੇ ਹੋ। ਤੁਸੀਂ ਡਿਸਾਈਡ ਕਰ ਸਕਦੇ ਹੋ ਵੀ ਕੀ ਕਰਨਾ ਮੈਂ। ਇਨੀਸ਼ੀਏਟਿੰਗ ਦਾ ਡਿਸੀਜਨ, ਫਿਰ ਕ੍ਰਾਈਟੀਰੀਆ, ਐਗਜ਼ੈਕਟਲੀ ਤੁਸੀਂ ਕਰਨਾ ਕੀ ਆ, ਫਿਰ ਤੁਸੀਂ ਉਹਨੂੰ ਇਵੈਲੂਏਟ ਕਰਦੇ ਹੋ, ਫਿਰ ਤੁਸੀਂ ਸਿਲੈਕਟ ਕਰਦੇ ਹੋ। ਆਹ ਇੱਕ ਮਾਡਲ ਆ। ਸੋ ਮੈਂ ਤੁਹਾਡੇ ਨਾਲ ਇਹ ਮਾਡਲ ਇਸ ਕਰਕੇ ਸ਼ੇਅਰ ਕਰਦਾ ਕਿਉਂਕਿ ਆਪਣੀ ਜਿਹੜੀ ਵਿਚਰਦੇ ਆ, ਜਿਸ ਹਿਸਾਬ ਨਾਲ ਆਪਣਾ ਸਮਾਜ ਆ, ਜਿਸ ਹਿਸਾਬ ਨਾਲ ਆਪਣਾ ਕਲਚਰ ਆ, ਆਪਾਂ ਇਹਨਾਂ ਚੀਜ਼ਾਂ ਨੂੰ ਸਾਇੰਟੀਫਿਕਲੀ ਨਹੀਂ ਲੈਂਦੇ। ਲੇਕਿਨ ਗੋਰਿਆਂ ਦੇ ਇਹ ਜਿਹੜੇ ਸਾਰੇ ਆ, ਇਹ ਉਹਨਾਂ ਦੀ ਪਾਰਟ ਐਂਡ ਪਾਰਸਲ ਆਫ ਉਹਨਾਂ ਦਾ ਕਲਚਰ ਆ। ਉਹਨਾਂ ਦੀ ਇਹ ਜ਼ਿੰਦਗੀ ਬਿਲਕੁਲ ਬੜੀ ਨੋਰਮਲ ਹੀ ਆ। ਉਹ ਨਹੀਂ ਇਸ ਚੀਜ਼ ਨੂੰ ਜਾਣੀ ਉਹਨਾਂ ਦੇ ਕਲਚਰ ਦੇ ਵਿੱਚ ਡਿਸੀਜਨ ਮੇਕਿੰਗ ਆ। ਹੁਣ ਇੱਕ ਕੈਨੇਡਾ ਦੇ ਵਿੱਚ ਇੱਕ 12 ਸਾਲ ਦਾ ਬੱਚਾ ਆਪਣੇ ਮਾਂ ਪਿਓ ਨੂੰ ਕਹਿ ਸਕਦਾ, ਜਾਣੀ ਡਾਕਟਰ ਨੂੰ ਕਹਿ ਸਕਦਾ ਕਿ ਮੇਰੇ ਮਾਂ ਪਿਓ ਨੂੰ ਮੇਰੀ ਹੈਲਥ ਬਾਰੇ ਬਿਲਕੁਲ ਨਾ ਦੱਸਿਆ ਜਾਵੇ। ਉਹਨੂੰ ਇਹ ਹੱਕ ਆ ਬੱਚੇ ਨੂੰ ਕਹਿਣ ਦਾ। 12 ਸਾਲ ਦਾ ਬੱਚਾ ਡਿਸਾਈਡ ਕਰ ਸਕਦਾ ਕਿ ਉਹਨੇ ਮੈਡੀਕਲ ਕੋਈ ਟਰੀਟਮੈਂਟ ਲੈਣੀ ਆ ਕਿ ਨਹੀਂ। ਤੁਸੀਂ ਉਹਨੂੰ ਫੋਰਸ ਨਹੀਂ ਕਰ ਸਕਦੇ ਕੈਨੇਡਾ 'ਚ। 16 ਸਾਲ ਦਾ ਬੱਚਾ ਡਿਸਾਈਡ ਕਰ ਸਕਦਾ ਕਿ ਮੈਂ ਮਾਂ ਪਿਓ ਦੇ ਨਾਲ ਰਹਿਣਾ ਕਿ ਮੈਂ ਬਾਹਰ ਰਹਿਣਾ। 16 ਸਾਲ ਦਾ ਬੱਚਾ, ਦੇ ਕੈਨ ਡਿਸਾਈਡ। ਹੁਣ ਤੁਸੀਂ ਇਮੈਜਿਨ ਕਰੋ ਕਿ ਅਗਰ ਤੁਸੀਂ ਕੈਨੇਡਾ ਜਾਓ, ਤੁਹਾਡਾ ਵਿਆਹ ਹੋਵੇ, ਤੁਹਾਡਾ ਪਰਿਵਾਰ ਹੋਵੇ, ਅਤੇ ਤੁਹਾਡਾ 12 ਸਾਲ ਦਾ ਬੱਚਾ ਤੁਹਾਨੂੰ ਆ ਕੇ ਕਵੇ, ਤੁਸੀਂ ਜਾਓ ਡਾਕਟਰ ਨੂੰ ਵੀ ਡਾਕਟਰ ਸਾਹਿਬ ਇਹ ਬਿਮਾਰ ਹੋਇਆ ਵੀ ਇਹਨੂੰ ਦਵਾਈ ਦੇਣੀ ਆ। ਉਹ ਕਹੂਗਾ ਸੌਰੀ ਮੈਂ ਤੁਹਾਨੂੰ ਕੁਛ ਨਹੀਂ ਦੱਸ ਸਕਦਾ। ਅਤੇ ਤੁਸੀਂ ਉਹਨੂੰ ਕਹੋਗੇ ਵੀ ਮੈਂ ਇਹਦਾ ਫਾਦਰ ਹਾਂ ਵੀ ਜਾਂ ਮੈਂ ਇਹਦੀ ਮਦਰ ਹਾਂ, ਵੀ ਮੈਨੂੰ ਤੁਸੀਂ ਦੱਸੋ ਮੇਰੇ ਬੱਚੇ ਨੂੰ ਕੀ ਹੋਇਆ ਤਾਂ ਕਿ ਮੈਂ ਇਹਦੀ ਦੇਖਭਾਲ ਕਰਾਂ। ਉਹ ਕਹੂਗਾ ਸੌਰੀ ਇਹਨੇ ਮੈਨੂੰ ਮਨਾ ਕਰਤਾ। ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਊਗਾ? ਉਹ ਇੱਕ ਸਿਵਲਾਈਜੇਸ਼ਨ ਆ, ਉਹ ਆਪਣੇ ਬੱਚਿਆਂ ਨੂੰ ਇੰਡੀਪੈਂਡੈਂਟ ਕਰਦੀ ਆ। ਉਹਨਾਂ ਦੀ ਸਿਵਲਾਈਜੇਸ਼ਨ, ਆਪਣੇ ਬੱਚੇ ਇੰਡੀਪੈਂਡੈਂਟ ਨਹੀਂ ਗੇ। ਮੇਰੀ 5 ਸਾਲ ਦੀ ਪੋਤੀ ਆ, ਉਹ ਸਾਰਾ ਕੰਮ ਆਪੇ ਕਰ ਲੈਂਦੀ ਆ, ਆਪੇ ਤਿਆਰ ਹੋ ਜਾਂਦੀ ਆ, ਉਹ ਆਪੇ ਉਹ ਡਿਸਾਈਡ ਕਰਦੀ ਆ ਉਹਨੇ ਕੀ ਪਾਣਾ, ਆਪੇ ਉਹਨੂੰ ਪਤਾ ਐਗਜ਼ੈਕਟਲੀ ਉਹਨੇ ਕੀ ਕਰਨਾ, ਆਪੇ ਹੋਮਵਰਕ ਕਰਦੀ ਆ। ਉਹਨੂੰ ਪਤਾ ਉਹਨੇ ਕੋਕ ਨਹੀਂ ਪੀਣਾ ਕਿਉਂਕਿ ਉਹਨਾਂ ਦੀ ਮਦਰ ਤੋਂ ਸਾਈਡ ਤੋਂ ਉਹਨਾਂ ਦੀ ਬਹੁਤ ਜ਼ਿਆਦਾ ਡਾਇਬੀਟਿਸ ਆ, ਉਹਨੂੰ ਮਨਾ ਕੀਤਾ।
ਉਹਨੂੰ ਤੁਸੀਂ ਕੋਕ ਪਿਲਾ ਹੀ ਨਹੀਂ ਸਕਦੇ। ਤੁਸੀਂ ਜ਼ੋਰ ਲਾ ਲਓ ਉਹਨੂੰ, ਕਹੋ ਵੀ ਕੋਕ ਪੀਣਾ, ਉਹ ਕਹੂਗੀ ਨੋ, ਮਾਈ ਮਦਰ ਸੈਡ ਆਈ ਕੈਨੋਟ ਡਰਿੰਕ ਕੋਕ। ਕੋਕ ਨਹੀਂ ਪੀਊਗੀ, ਉਹਨੂੰ ਬਿਲਕੁਲ ਨਹੀਂ ਪੀਣਾ ਉਹਨੇ। ਤੁਸੀਂ ਉਹਨੂੰ ਜੋ ਮਰਜ਼ੀ ਜ਼ੋਰ ਲਾ ਲਓ, ਉਹਨੇ ਬਿਨਾਂ ਕਾਰ ਸੀਟ ਤੋਂ ਕਾਰ 'ਚ ਨਹੀਂ ਬੈਠਣਾ, ਉਹਨੇ ਕਰਨਾ ਹੀ ਨਹੀਂ। ਜੇ ਤੁਸੀਂ ਉਹਨੂੰ ਇੱਕ ਵਾਰੀ ਕਹਿ ਦਿਓ ਵੀ ਆਹ ਤੁਸੀਂ ਨਹੀਂ ਕਰਨਾ, ਉਹਨੇ ਨਹੀਂ ਕਰਨਾ। ਕਿਉਂ? ਕਿਉਂਕਿ ਉੱਥੇ ਜਿਹੜੇ ਪਰਵਰਿਸ਼ ਦੇ ਢੰਗ ਆ, ਜਿਹੜੇ ਢੰਗ ਆ, ਉਹ ਟੋਟਲੀ ਡਿਫਰੈਂਟ ਆ। ਜਿਹੜੇ ਪੰਜਾਬੀ ਕਲਚਰ ਦੇ ਪਰਵਰਿਸ਼ ਦੇ ਢੰਗ ਆ, ਉਹ ਬੜਾ ਸਿੰਪਲ, ਆਪਣੀ ਜਿਹੜੀ ਇੱਕੋ ਹੀ ਥਿਊਰੀ 'ਤੇ ਆਪਾਂ ਬੇਸਡ ਆ। ਬੱਚੇ ਨੂੰ ਬਾਹਲਾ ਨਾ ਡਾਂਟੋ, ਵੱਡਾ ਹੋ ਕੇ ਸਿੱਖ ਜੂਗਾ। ਔਰ ਅਗਰ ਤੁਸੀਂ ਸਾਈਕੋਲੋਜੀ ਪੜ੍ਹੀ ਆ, ਬੱਚੇ ਦਾ ਦਿਮਾਗ 6 ਸਾਲ ਦਾ ਪੂਰਾ ਵਿਕਾਸ ਹੋ ਜਾਂਦਾ। ਬੱਚੇ ਦੀ 70% ਪਰਸਨੈਲਿਟੀ ਬਾਈ ਏਜ 6 ਡਿਵੈਲਪ ਹੋ ਜਾਂਦੀ ਹੈ ਵੀ ਉਹਨੇ ਕੀ ਕਰਨਾ। ਅਤੇ ਆਪਾਂ ਤਾਂ ਉਹਦੇ 'ਤੇ ਪ੍ਰੈਸ਼ਰ ਹੀ ਨਹੀਂ ਪਾਉਂਦੇ। ਆਪਣੀ ਤਾਂ ਜਿਹੜੀ ਮਾਂ, ਉਹ 47 ਸਾਲ ਦੇ ਮੁੰਡੇ ਨੂੰ ਸਵੇਰੇ ਉਠਾਣੋਂ ਨਹੀਂ ਹਟਦੀ ਵੀ ਉੱਠ ਪੁੱਤ ਸਕੂਲ ਜਾਣਾ, ਹੁਣ ਤੈਂ ਕੰਮ 'ਤੇ ਜਾਇਆ, ਤੇਰਾ ਟਰੱਕ ਖੜਾ, ਉੱਠ ਖੜ, ਖਾ ਲਾ ਕੁਛ। ਅਤੇ ਉਹ ਮੁੰਡਾ ਵਿਚਾਰੇ ਨੂੰ ਰਿਸਪੋਂਸੀਬਿਲਟੀ ਨਹੀਂ ਸਾਰੀ ਉਮਰ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਮਾਵਾਂ ਉਹਨਾਂ ਨੂੰ ਕੁਛ ਕਰਨ ਹੀ ਨਹੀਂ ਦਿੰਦੀਆਂ। ਸੁਸਾਇਟੀ ਦੇਖੋ ਕਿਵੇਂ ਡਿਫਰੈਂਟ ਆ। ਔਰ ਉੱਥੇ ਤੁਸੀਂ ਕੰਪੈਰੇਟਿਵਲੀ, ਤੁਸੀਂ ਕਦੇ ਮਤਲਬ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਮੌਕਾ ਮਿਲਿਆ, ਤੁਸੀਂ ਮਤਲਬ ਕਿ ਵੈਸਟਰਨ ਸਿਵਲਾਈਜੇਸ਼ਨ, ਚਾਹੇ ਯੂਰਪ ਚਲੇ ਜਾਓ, ਚਾਹੇ ਤੁਸੀਂ ਨਾਰਥ ਅਮੈਰੀਕਾ, ਕੈਨੇਡਾ 'ਚ ਆ ਜਿਓ, ਤੁਸੀਂ ਹੈਰਾਨ ਹੋਵੋਗੇ। ਤੁਸੀਂ ਇੱਕ ਗੋਰੇ ਬੱਚਾ ਜਿਹੜਾ 2 ਸਾਲ ਦਾ ਅਤੇ ਆਪਣਾ ਪੰਜਾਬੀ ਬੱਚਾ 2 ਸਾਲ ਦਾ, ਤੁਸੀਂ ਉਹਨਾਂ ਦੋਨਾਂ ਨੂੰ ਵਿਚਰਦੇ ਦੇਖੋ, ਜ਼ਮੀਨ ਅਸਮਾਨ ਦਾ ਫਰਕ ਆ, ਜ਼ਮੀਨ ਅਸਮਾਨ ਦਾ। 2 ਸਾਲ ਦਾ ਬੱਚਾ ਮੈਕਡੋਨਲਡ ਆਰਡਰ ਕਰ ਲੂਗਾ ਅਤੇ ਆਪਣੇ ਨੂੰ ਨੱਕ ਪੂੰਝਣ ਦਾ ਚੱਜ ਨਹੀਂ। ਕਿਉਂ? ਕਿਉਂਕਿ ਅਸੀਂ ਸਿਖਾਉਂਦੇ ਨਹੀਂ। ਪ੍ਰੋਬਲਮ ਹੀ ਇਹ ਆ, ਅਸੀਂ ਸਿਖਾਉਣਾ ਹੀ ਨਹੀਂ। ਅਸੀਂ ਕਹਿਣਾ ਵੱਡਾ ਹੋ ਜਾਊਗਾ। ਉਹਦੀਆਂ ਜਿਹੜੀਆਂ ਡਿਫੀਕਲਟੀਜ਼ ਆ, ਇਹ ਆਪਾਂ ਨੂੰ ਗਾਂਹ ਨਹੀਂ ਲਿਜਾ ਰਹੀਆਂ, ਆਪਾਂ ਨੂੰ ਪਿਛਾਂਹ ਨੂੰ ਲਿਜਾ ਰਹੀਆਂ। ਡਿਫੀਕਲਟੀ ਆ। ਹੁਣ ਮਾਡਰਨ ਟੈਕਨੀਕਸ ਆ, ਮਾਡਰਨ ਸਮਾਜ ਆ, ਆਪਾਂ ਨੂੰ ਤਾਂ ਹਜੇ ਤੱਕ ਇਹ ਨਹੀਂ ਪਤਾ ਲੱਗ ਗਿਆ ਕਿ ਫੇਸਬੁੱਕ ਕਿਹੜੀ ਉਮਰ ਦੇ ਬੱਚੇ ਨੇ ਕਰਨੀ ਆ। ਫੇਸਬੁੱਕ ਔਰ ਫੇਸਬੁੱਕ ਦਾ ਫਾਇਦਾ ਕੀ ਆ, ਨੁਕਸਾਨ ਕੀ ਆ, ਆਪਾਂ ਨੂੰ ਪਤਾ ਹੀ ਨਹੀਂਗਾ। ਵੀ ਡੋਂਟ ਈਵਨ ਨੋ ਵੀ ਇੱਥੇ। ਹੁਣ ਮੈਂ ਤੁਹਾਨੂੰ ਦੱਸਦਾ ਉੱਥੇ ਫੇਸਬੁੱਕ ਦਾ ਕਿੰਨਾ, ਜਾਣੀ ਫੇਸਬੁੱਕ ਦਾ ਸਾਰਿਆਂ ਨਾਲੋਂ ਜ਼ਿਆਦਾ ਪ੍ਰੋਬਲਮ ਕੈਨੇਡਾ ਦੇ ਵਿੱਚ ਪੰਜਾਬੀ ਕੁੜੀਆਂ ਨੂੰ ਆ। 12 ਸਾਲ ਦੀਆਂ ਕੁੜੀਆਂ ਆਪਣੀਆਂ ਨੰਗੀਆਂ ਤਸਵੀਰਾਂ ਫੋਟੋ ਖਿੱਚ ਕੇ ਫੇਸਬੁੱਕ 'ਤੇ ਪਾ ਦਿੰਦੀਆਂ। ਕਿਉਂ? ਕਿਉਂਕਿ ਪੇਰੈਂਟਲ ਕੰਟਰੋਲ ਹੈ ਨਹੀਂਗਾ। ਪੇਰੈਂਟਸ ਨੂੰ ਪਤਾ ਨਹੀਂ। ਪੇਰੈਂਟਸ ਤਾਂ ਉਹ ਮਤਲਬ ਕਿ ਚਮਲਾ ਕੇ ਕਹਿ ਦਿੰਦੇ ਆ, ਪੁੱਤ ਆਹ ਲੈ ਲਾ ਲੈਪਟਾਪ, ਹੁਣ ਸਾਨੂੰ ਤਾਂ ਪਤਾ ਨਹੀਂ, ਦੇਖ ਲਾ ਤੈਨੂੰ ਅਸੀਂ ਪੜ੍ਹਨ ਨੂੰ ਲੈ ਕੇ ਦਿੱਤਾ। ਉਹ ਕਹਿੰਦੀ ਓਕੇ ਥੈਂਕ ਯੂ ਮਾਮ। ਜਿਹੜੀਆਂ ਜਾਣੀ ਸਾਨੂੰ ਕੈਨੇਡਾ ਦੇ ਵਿੱਚ ਪੰਜਾਬੀ ਪੁਲਿਸ ਆਫਿਸਰਸ ਹਰ ਇੱਕ ਸਕੂਲ 'ਚ ਆਉਂਦੇ ਆ ਔਰ ਸਪੈਸੀਫਿਕਲੀ ਪੰਜਾਬੀ ਕੁੜੀਆਂ ਨੂੰ ਸਪੈਸ਼ਲ ਪ੍ਰੈਜੈਂਟੇਸ਼ਨ ਦਿੱਤੀ ਜਾਂਦੀ ਆ ਵੀ ਤੁਸੀਂ ਆਪਣੀਆਂ ਨੰਗੀਆਂ ਤਸਵੀਰਾਂ ਫੇਸਬੁੱਕ 'ਤੇ ਨਹੀਂ ਪਾਉਣੀਆਂ। ਇੰਨੀ ਜ਼ਿਆਦਾ ਪ੍ਰੋਬਲਮ ਹੋਈ ਆ ਸਾਨੂੰ। ਇਹਦਾ ਕਸੂਰ ਕਿਹਦਾ? ਮਾਪਿਆਂ ਦਾ। ਕਿਉਂ? ਕਿਉਂਕਿ ਮਾਪੇ ਕੰਟਰੋਲ ਨਹੀਂ ਕਰਦੇ। ਕਾਹਦੇ 'ਤੇ? ਪੇਰੈਂਟਲ ਕੰਟਰੋਲ ਨਹੀਂਗਾ। ਹੁਣ ਇਹ ਮਾਡਰਨ ਟੈਕਨੋਲੋਜੀ ਆਪਾਂ ਇਹ ਤਾਂ ਕਰ ਨਹੀਂ ਸਕਦੇ। ਹੁਣ ਕੱਲ੍ਹ ਨੂੰ ਤੁਹਾਡੇ ਇੱਥੇ ਆਪਣੇ ਇੰਡੀਆ 'ਚ ਵੀ ਫੇਸਬੁੱਕਸ ਆ, ਇੰਡੀਆ 'ਚ ਵੀ ਬੱਚਿਆਂ ਕੋਲੇ ਕੰਪਿਊਟਰਸ ਆ। ਨਹੀਂ ਕਿ ਤਾਂ ਫਿਰ ਆਮ ਹੋ ਜਾਣੇ, ਜਿਵੇਂ ਸੈੱਲਫੋਨ ਆਮ ਹੋਏ ਆ। ਹੁਣ ਜੇ ਮੈਂ ਆਪਣੇ ਬੱਚੇ ਨੂੰ ਟ੍ਰੇਨ ਕਰਦਾ ਹੀ ਨਹੀਂਗਾ ਵੀ ਉਹਨੇ ਸੈੱਲਫੋਨ ਦੀ ਵਰਤੋਂ ਕਿਵੇਂ ਕਰਨੀ ਆ, ਜਾਂ ਆਈਫੋਨ ਦੀ ਵਰਤੋਂ ਕਿਵੇਂ ਕਰਨੀ ਆ, ਜਾਂ ਫੇਸਬੁੱਕ, ਟੰਬਲਰ, ਹੋਰ ਬਥੇਰੀਆਂ ਇਹੋ ਜਿਹੀਆਂ ਸੋਸ਼ਲ ਸਾਈਟਸ ਆ, ਜੇ ਮੈਂ ਉਹਨੂੰ ਸਿਖਾਉਂਦਾ ਨਹੀਂ ਤਾਂ ਫਿਰ ਉਹਦੀ ਗਲਤ ਵਰਤੋਂ ਤਾਂ ਹੋਊਗੀ ਹੀ ਹੋਊਗੀ। ਦੈਨ ਆਈ ਕੈਂਟ ਬਲੀਵ। ਸੋ ਇਹ ਜਿਹੜੀਆਂ ਪ੍ਰੋਬਲਮਸ ਆਉਣਗੀਆਂ, ਇਹ ਤੁਹਾਨੂੰ ਟੈਕਨੋਲੋਜੀ 'ਚ ਵੀ ਆਉਣਗੀਆਂ, ਇਹ ਤੁਹਾਨੂੰ ਐਜ਼ ਏ ਟੀਚਰ ਵੀ ਆਉਣਗੀਆਂ। ਆਈ ਮੀਨ ਦਿਸ ਇਜ਼ ਬਾਊਂਡ ਟੂ ਹੈਪਨ। ਹੁਣ ਜਿਹੜਾ ਅਟੈਂਸ਼ਨ ਸਪੈਨ ਆ, ਅੱਜ ਤੋਂ ਜਦੋਂ ਮੈਂ ਯੂਨੀਵਰਸਿਟੀ 'ਚ ਜਾਂਦਾ ਸੀ ਉਦੋਂ 3 ਘੰਟੇ ਦਾ ਸਟ੍ਰੇਟ ਲੈਕਚਰ ਸੀ। ਹੁਣ ਕੈਨੇਡਾ 'ਚ ਅਸੀਂ 3 ਘੰਟੇ ਪੜ੍ਹਾਈ ਨਹੀਂ ਸਕਦੇ, ਸਾਨੂੰ 1.5 ਘੰਟੇ ਬਾਅਦ ਬ੍ਰੇਕ ਦੇਣੀ ਪੈਂਦੀ ਆ। ਹੁਣ ਉਹਨਾਂ ਨੇ ਅਗਲੇ ਸਾਲ ਤੋਂ ਐਵਰੀ ਆਵਰ ਤੁਹਾਨੂੰ ਬ੍ਰੇਕ ਦੇਣੀ ਪੈਂਦੀ ਆ, ਕਿਉਂਕਿ ਬੱਚਿਆਂ ਦਾ ਅਟੈਂਸ਼ਨ ਸਪੈਨ ਨਹੀਂ ਰਿਹਾ। ਉਹਨਾਂ ਨੇ ਇੱਕ ਨਵੀਂ ਰਿਸਰਚ ਕੀਤੀ ਆ ਕਿ ਜਦੋਂ ਤੁਸੀਂ ਡੋਰ ਬੈਲ ਕਰਦੇ ਹੋ, ਕੈਨੇਡਾ ਦੀ ਆ ਉਹ ਰਿਸਰਚ, ਮੈਨੂੰ ਨਹੀਂ ਪਤਾ ਇੱਥੇ ਆਪਣੇ ਪੰਜਾਬ 'ਚ ਲਾਗੂ ਹੋਊਗੀ ਕਿ ਨਹੀਂ, ਸੋ ਇਹਨੂੰ ਤੁਸੀਂ ਆਟੋਮੈਟਿਕਲੀ ਨਾ ਸੋਚ ਲਿਓ। ਮੈਂ ਸਿਰਫ ਕੈਨੇਡਾ ਦੀਆਂ ਪ੍ਰੋਬਲਮਸ ਦੱਸਦਾ, ਟੈਕਨੋਲੋਜੀ ਕਿਵੇਂ ਕਰਦੀ ਆ। ਜਦੋਂ ਆਪਾਂ ਬੈਲ ਮਾਰਦੇ ਹਾਂ, ਡੋਰ ਬੈਲ, ਕਿਸੇ ਦੇ ਜਾ ਕੇ ਡੋਰ ਬੈਲ ਲੱਗੀ ਆ, ਤਾਂ ਆਪਾਂ ਆਮ ਤੌਰ 'ਤੇ ਆਹ ਫਿੰਗਰ ਯੂਜ਼ ਕਰਦੇ ਹਾਂ ਐਂ ਕਰਕੇ, ਆਹ। ਉਹਨਾਂ ਨੇ ਰੀਸੈਂਟਲੀ ਇਸ ਸਾਲ ਉਹਨਾਂ ਨੇ ਰਿਸਰਚ ਕੀਤੀ ਟੀਨੇਜਰਸ ਦੀ, ਵੀ ਤੁਸੀਂ ਕਿਹੜੀ ਉਂਗਲ ਯੂਜ਼ ਕਰਦੇ ਹੋ।
ਬੈਲ ਮਾਰਨ ਨੂੰ ਥੰਮ। ਇਹਦਾ ਮਤਲਬ ਟੈਕਨੋਲੋਜੀ ਨੇ ਟੀਨੇਜਰਸ ਦੀ ਟੋਟਲ ਹੈਂਡ ਦੀ ਯੂਜ਼ੇਜ ਚੇਂਜ ਕਰਤੀ। ਕਿਉਂ? ਕਿਉਂਕਿ ਬੱਚਾ ਆਇਆ ਕਰਦਾ ਰਹਿੰਦਾ ਸਾਰਾ ਦਿਨ, ਟੈਕਸਟਿੰਗ ਥੰਬਸ ਨਾਲ ਜ਼ਿਆਦਾ ਹੁੰਦੀ ਆ। ਹੁਣ ਉਹ ਬਜਾਏ ਇਸ ਦੇ ਕਿ ਆ ਇਸ ਨਾਲ ਬੈਲ ਮਾਰੇ, ਉਹ ਇਹਦੇ ਨਾਲ ਬੈਲ ਮਾਰਦਾ। ਚੇਂਜ ਹੋ ਗਿਆ, ਲੇਕਿਨ ਸਾਨੂੰ ਕੁਝ ਨਹੀਂ ਪਤਾ। ਵੀ ਡੋਂਟ ਨੋ ਇਹਦੀਆਂ ਕੰਪਲੀਕੇਸ਼ਨਸ ਕੀ ਹੋਣਗੀਆਂ, ਵੀ ਡੋਂਟ ਨੋ। ਸੋ ਇੱਕ ਬੱਚਾ ਜਿਹੜਾ ਟੈਕਸਟਿੰਗ ਕਰਦਾ ਔਰ ਉਹਦਾ ਦਿਮਾਗ 24 ਘੰਟੇ ਆ। ਹੁਣ ਆਪਾਂ ਨੂੰ ਪਤਾ ਕਿ ਜਿਹੜੇ ਅਮੀਰਾਂ ਦੇ ਬੱਚੇ ਆ ਤੁਹਾਡੀਆਂ ਕਲਾਸਾਂ 'ਚ ਵੀ ਆਉਣਗੇ, ਉਹਨਾਂ ਕੋਲੇ ਸੈੱਲਫੋਨ ਵੀ ਹੋਣਗੇ, ਤੁਹਾਨੂੰ ਵੀ ਪਤਾ ਵੀ ਉਹਨਾਂ ਕੋਲੇ ਸੈੱਲਫੋਨ ਹੋਣਗੇ। ਉਹਨਾਂ ਨੂੰ ਇਹ ਵੀ ਪਤਾ ਵੀ ਅਸੀਂ ਸੈੱਲਫੋਨ ਔਨ ਨਹੀਂ ਕਰ ਸਕਦੇ, ਪਰ ਉਹ ਵਾਈਬ ਤਾਂ ਕਰ ਸਕਦੇ ਨਾ, ਵਾਈਬ੍ਰੇਸ਼ਨ 'ਤੇ ਤਾਂ ਹੋ ਸਕਦਾ ਨਾ। ਉੱਧਰੋਂ ਤੁਸੀਂ ਪੜ੍ਹਾ ਰਹੇ ਹੋ, ਤੁਹਾਡਾ ਪੂਰਾ ਜ਼ੋਰ ਲੱਗਿਆ ਹੋਇਆ ਕੁਛ ਦੱਸਣ ਨੂੰ, ਅਤੇ ਉੱਧਰੋਂ ਉਹਦਾ ਸੈੱਲਫੋਨ ਵੱਜੀ ਜਾਂਦਾ, ਅਤੇ ਉਹਨੇ ਹੌਲੀ ਕੁ ਦਿਨੇ ਕੱਢ ਲੈਣਾ ਐਂ ਕਰਕੇ, ਅਤੇ ਹੌਲੀ ਹੌਲੀ ਲੱਗਿਆ ਰਹੂਗਾ ਐਂ ਕਰਨ, ਨਾਲੇ ਤੁਹਾਡੇ ਕੰਨੀ ਦੇਖੂਗਾ। ਕਿਉਂਕਿ ਉਹ ਇੰਨੇ ਐਕਸਪੀਰੀਅੰਸ ਹੋ ਜਾਂਦੇ, ਉਹਨਾਂ ਨੂੰ ਦੇਖਣ ਦੀ ਲੋੜ ਹੀ ਨਹੀਂ ਪੈਂਦੀ ਵੀ ਮੈਂ ਕੀ ਦੱਬਦਾ। ਨਾਲੇ ਵੈਸੇ ਵੀ ਕਿਹੜਾ ਅਸੀਂ ਪਲੀਜ਼ ਨੂੰ PLEASE ਲਿਖਣਾ, PLZ ਕਰ ਦੇਣਾ, CUS ਤੇ ਲੈਟਰ U, CU ਬਣ ਗਿਆ। ਵੈਸੇ ਵੀ ਕਿਹੜਾ ਪੂਰੇ ਸੈਂਟੈਂਸ ਲਿਖਦੇ ਆ ਉਹ ਬੱਚੇ। ਸੋ ਜਿਹੜੀ ਇੰਗਲਿਸ਼ ਦੀ ਪ੍ਰੋਬਲਮ ਆ ਰਹੀ ਆ, ਜਿਹੜੀ ਆਪਣੀ ਹੈਂਡ ਦੀ ਕੋਆਰਡੀਨੇਸ਼ਨ ਦੀ ਪ੍ਰੋਬਲਮਸ ਆ ਰਹੀ ਆ ਮਾਡਰਨ ਟੈਕਨੋਲੋਜੀ ਨਾਲ, ਇਹ ਮਾਡਰਨ ਪ੍ਰੋਬਲਮਸ ਆ। ਇਹ ਐਜ਼ ਏ ਟੀਚਰ ਤੁਹਾਨੂੰ ਇਹ ਜਦ ਤੱਕ ਪਤਾ ਨਹੀਂ ਹੋਊਗਾ, ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਟੈਕਨੋਲੋਜੀਜ਼ ਹੈਗੀਆਂ, ਇੱਕ ਟੈਕਸਟਿੰਗ 'ਚ ਯੂਜ਼ ਕਰਦੇ ਆ ਬੱਚੇ, ਕੁੜੀਆਂ ਮੁੰਡੇ ਉੱਥੇ ਕੈਨੇਡਾ ਦੇ ਵਿੱਚ, ਮਦਰ ਓਵਰ ਸ਼ੋਲਡਰ, MOS। ਹੁਣ ਦੋ ਬੱਚੇ ਇੱਕ ਦੂਜੇ ਨਾਲ ਚੈਟਿੰਗ ਕਰ ਰਹੇ ਆ, ਮਾਂ ਆ ਗਈ, ਉਹਨੇ MOS ਟਾਈਪ ਕਰ ਦੇਣਾ। ਉਦੋਂ ਬਾਅਦ ਉਹਨਾਂ ਨੇ ਪੜ੍ਹਾਈ ਦੀਆਂ ਗੱਲਾਂ ਕਰਨੀਆਂ, ਟਾਈਪ ਕਰਨੀਆਂ ਸ਼ੁਰੂ ਕਰ ਦੇਣੀਆਂ। MOS ਦਾ ਮਤਲਬ ਹੈਗਾ ਮਦਰ ਓਵਰ ਸ਼ੋਲਡਰ। ਹੁਣ ਮਾਂ ਨੂੰ ਨਹੀਂ ਪਤਾ MOS ਦਾ ਕੀ ਮਤਲਬ ਆ। ਹੁਣ ਇਹ ਜਿਹੜੀਆਂ ਮਾਡਰਨ ਕੰਪਲੈਕਸਿਟੀਜ਼ ਆ, ਜੇ ਅਸੀਂ ਐਜ਼ ਏ ਪੇਰੈਂਟਸ ਜਾਂ ਅਸੀਂ ਐਜ਼ ਗ੍ਰੈਂਡ ਪੇਰੈਂਟਸ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਨਹੀਂ, ਤਾਂ ਅਸੀਂ ਫਿਰ ਕਿਵੇਂ ਮਤਲਬ ਕਿ ਪ੍ਰੋਬਲਮਾਂ ਨੂੰ ਕਿਵੇਂ ਸੋਲਵ ਕਰਾਂਗੇ? ਲਾਈਕ ਵੀ ਡੋਂਟ ਨੋ। ਔਰ ਇਸ ਤਰ੍ਹਾਂ ਦੀ ਤਾਂ ਮੈਂ ਤੁਹਾਡੇ ਨਾਲ ਬੜੀਆਂ ਉਹ ਕੀਤੀਆਂ, ਉਹਨਾਂ ਦੀਆਂ ਤਾਂ ਬੜੀ, ਮੈਂ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਉਹਨਾਂ ਦੀ ਇੱਕ ਲੰਬੀ ਡਿਕਸ਼ਨਰੀ ਬਣੀ ਹੋਈ ਆ ਬੱਚਿਆਂ ਦੀ, ਉਹਨਾਂ ਦੀਆਂ ਐਬਰੀਵੇਸ਼ਨਸ, ਵੀ ਉਹ ਕੀ ਯੂਜ਼ ਕਰਦੇ ਆ ਇੱਕ ਦੂਜੇ ਨੂੰ। ਜਦੋਂ ਕੁੜੀਆਂ ਨੇ ਆਪਣੇ ਬੈਡਰੂਮ 'ਚੋਂ ਬਾਹਰ ਆਉਣਾ ਹੁੰਦਾ, ਉਹਨਾਂ ਨੂੰ ਐਗਜ਼ੈਕਟ ਟਾਈਮ ਦਾ ਪਤਾ ਵੀ ਕਿਹੜੇ ਟਾਈਮ 'ਤੇ ਮੇਰੇ ਮਾਂ ਪਿਓ ਸੌਂਦੇ ਆ ਅਤੇ ਮੈਂ ਘਰੋਂ ਬਾਹਰ ਕਿਵੇਂ ਨਿਕਲਣਾ। ਬਕਾਇਦਾ ਮੁੰਡੇ ਪੌੜੀ ਲਾ ਦਿੰਦੇ ਆ ਉਹਦੇ ਬੈਡਰੂਮ ਦੀ ਖਿੜਕੀ ਦੇ ਬਾਹਰ, ਔਰ ਉਹ ਪੌੜੀਆਂ ਲਾ ਕੇ ਉੱਤਰ ਜਾਂਦੀ ਆ, ਔਰ ਫਿਰ ਰਾਤ ਨੂੰ ਉਹਨੂੰ ਵਾਪਸ ਪੌੜੀ ਚੜ੍ਹਾ ਕੇ ਪੌੜੀ ਨਾਲ ਲੈ ਕੇ ਜਾਂਦਾ। ਇੱਕ ਬੰਦਾ ਸਿਰਫ ਰਾਤੋਂ ਰਾਤ ਪੂਰੀ ਰਾਤ ਪੌੜੀਆਂ ਲੈਣ 'ਤੇ ਹੀ ਆ, ਉਹਦੀ ਫੁੱਲ ਟਾਈਮ ਜੌਬ ਆ, ਪੌੜੀਆਂ 'ਤੇ ਪੈਸੇ ਬਣਾਉਂਦਾ, ਕਿਉਂਕਿ ਉਹਨੇ ਉਹ ਹਰ ਇੱਕ ਉਹਨਾਂ ਨੇ ਉਹ ਬਕਾਇਦਾ ਬਿਜ਼ੀ ਆ ਉਹ ਬੰਦਾ। ਇਹ ਹੁਣ ਮੈਂ ਕਹਿੰਦਾ ਇਹ ਮਾਡਰਨ ਪ੍ਰੋਬਲਮਸ ਆ ਸਾਡੀਆਂ ਕੈਨੇਡਾ ਦੀਆਂ, ਔਰ ਇੱਥੇ ਵੀ ਹੋ ਜੂ ਇੱਕ ਦਿਨ, ਦੇਖ ਲਿਓ ਤੁਹਾਡੇ ਵੀ ਹੋ ਜੂ, ਕਿਉਂਕਿ ਉੱਧਰੋਂ ਆਈ ਜਾਣੀਆਂ ਇਹੋ ਜਿਹੀਆਂ ਗੱਲਾਂ। ਹੁਣ ਮੈਕਡੋਨਲਡਸ ਕਾਹਦੇ ਲਈ ਬਣੇ ਆ? ਡੇਟਿੰਗ ਲਈ ਬਣੇ ਆ। ਉਹ ਤੁਹਾਡਾ ਕੀ ਗੱਲ ਹੈ, ਤੁਸੀਂ ਇੱਥੇ ਮੈਕਡੋਨਲਡ ਖਾਣਾ? ਬਰਗਰ ਕਿੰਗ, ਪੀਜ਼ਾ ਹਟ, ਇਹ ਕਾਹਦੇ ਲਈ ਆ? ਇਹ ਡੇਟਿੰਗ ਕਰਨ ਨੂੰ ਆ। That's what these are for. ਸੋ ਇਹ ਜਿਹੜੀਆਂ ਮਾਡਰਨ ਹੈਗੀਆਂ, ਜਦ ਤੱਕ ਆਪਾਂ ਉਸ ਲੈਵਲ 'ਤੇ ਨਹੀਂ ਪਹੁੰਚਦੇ, ਆਪਣੀ ਮਾਈਂਡ ਸੈਟ ਉਸ ਲੈਵਲ 'ਤੇ ਨਹੀਂ ਆਉਂਦਾ, ਉਦੋਂ ਤੱਕ ਨਹੀਂ ਆਪਾਂ ਕੁਝ ਕਰ ਸਕਦੇ। ਵੀ ਕੈਂਟ, ਉਦੋਂ ਤੱਕ ਨਹੀਂ ਕੁਛ ਹੋਣਾ। ਸੋ ਤੁਹਾਨੂੰ ਉਸ ਲੈਵਲ ਤੋਂ ਵੀ ਕਿਤੇ ਗਾਂਹ ਦਾ ਸੋਚਣਾ ਪੈਣਾ ਐਜ਼ ਏ ਟੀਚਰ। ਅਗਰ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੇ ਤੁਹਾਡੇ ਹੱਥਾਂ ਦੇ ਵਿੱਚ ਦੀ ਨਿਕਲਣਗੇ, ਉਹਨਾਂ ਨੂੰ ਅਗਰ ਆਪਾਂ ਨੇ ਕੁਛ ਟੀਚ ਕਰਨਾ, ਤਾਂ ਦੈਨ ਵੀ ਹੈਵ ਟੂ ਡੂ ਇਟ। ਨੈਕਸਟ ਪਲੀਜ਼। ਨੈਕਸਟ ਪਲੀਜ਼। ਇਹ ਕਰਤਾ ਆਹ ਕੁਛ ਹੈਗੀਆਂ ਜਿਹੜੇ ਇਨਸਾਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਸੋਲਵ ਕੀਤੀਆਂ ਹੋਣੀਆਂ, ਉਹਨਾਂ 'ਚ ਕੁਆਲਿਟੀਜ਼ ਹੁੰਦੀਆਂ। ਔਰ ਇਹ ਜਿੰਨੀਆਂ ਵੀ ਕੁਆਲਿਟੀਜ਼ ਮੈਂ ਲਿਖੀਆਂ, ਇਹ ਸਾਰੀਆਂ ਆਪਾਂ ਲਰਨ ਕਰ ਸਕਦੇ ਹਾਂ, ਸਾਰੀਆਂ ਲਰਨ ਕੀਤੀਆਂ ਜਾ ਸਕਦੀਆਂ। ਇਹਦਾ ਮਤਲਬ ਜੇ ਆਪਾਂ ਆਹ ਸਾਰੀਆਂ ਕੁਆਲਿਟੀਜ਼ ਲਰਨ ਕਰ ਲਈਏ, ਆਪਾਂ ਵੀ ਮੁਸ਼ਕਿਲਾਂ ਸੋਲਵ ਕਰ ਲਾਂਗੇ। ਆਪਾਂ ਨੂੰ ਲੜਨ ਦੀ ਲੋੜ ਹੀ ਨਹੀਂ ਪੈਣੀ। ਸੋ ਆਹ ਤੁਸੀਂ ਹੁਣ ਦੇਖ ਲਓ ਵੀ ਕਿੰਨੀਆਂ ਤੁਸੀਂ ਅਬਜ਼ਰਵ ਕਰਦੇ ਹੋ, ਕਿਵੇਂ ਅਬਜ਼ਰਵ ਕਰਦੇ ਹੋ। ਲਿਸਨ ਐਂਡ ਹੀਅਰ 'ਚ ਡਿਫਰੈਂਸ ਦਾ ਪਤਾ।
ਆਪਣੇ ਬੱਚਿਆਂ ਨੂੰ ਲਿਸਨ ਹੀ ਨਹੀਂ ਕਰਨਾ ਆਉਂਦਾ। ਤੁਸੀਂ ਮਤਲਬ ਕਿ ਟਰਾਈ ਕਰਨੀ ਆ, ਘਰ ਜਾ ਕੇ ਦੇਖ ਲਿਓ, ਅਗਰ ਕੋਈ ਤੁਹਾਡੇ ਛੋਟਾ ਬੱਚਾ ਘਰ 'ਚ ਹੈਗਾ ਜਾਂ ਤੁਹਾਡੇ ਰਿਸ਼ਤੇਦਾਰੀ 'ਚ ਕੋਈ ਘਰ 'ਚ ਬੱਚਾ ਹੈਗਾ 4 ਸਾਲ ਦਾ, ਉਹਨੂੰ ਕਹੋ ਵੀ ਉੱਤੇ ਸੈਕੰਡ ਫਲੋਰ 'ਤੇ, ਅਗਰ ਤੁਹਾਡੀ ਸੈਕੰਡ ਫਲੋਰ ਹੈਗੀ ਆ, ਉਹਨੂੰ ਕਹੋ ਵੀ ਸੈਕੰਡ ਫਲੋਰ 'ਤੇ ਜਾਓ, ਫਲਾਣੇ ਦਰਾਜ ਦੇ ਵਿੱਚ ਲਾਲ ਰੰਗ ਦੀ ਜਰਾਬ ਲੈ ਕੇ ਆ ਥੱਲੇ। ਮੈਂ ਕਹਿੰਦਾ ਦਾਅਵੇ ਨਾਲ ਕਹਿੰਦਾ ਉੱਤੇ ਜਾ ਕੇ ਭੁੱਲ ਜੂ ਕਿਹੜੇ ਰੰਗ ਦੀ ਜਰਾਬ ਸੀ। ਕਿਉਂ? ਕਿਉਂਕਿ ਉਹਨੂੰ ਸਿਖਾਇਆ ਨਹੀਂ ਕਿਸੇ ਨੇ। ਮਾਂ ਦਾ ਤੇ ਦਾਦੀ ਦਾ ਸਾਰਾ ਜ਼ੋਰ ਕਿਸ ਚੀਜ਼ ਤੇ ਲੱਗਦਾ? ਵੀ ਪੁੱਤ ਕਹਿ ਦਾਦੀ, ਕਹਿ ਮਾਮਾ, ਇਹਦੇ ਤੇ ਜ਼ੋਰ ਲੱਗਦਾ। ਸੁਣਨ ਤਾਂ ਸਿਖਾਇਆ ਹੀ ਨਹੀਂ। ਹੁਣ ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਪੜ੍ਹੋ, ਉਹਨਾਂ ਨੇ ਤਾਂ ਇੱਕ ਵਾਰੀ ਨਹੀਂ ਕਿਹਾ ਵੀ ਬੋਲਣਾ ਸਿਖਾਉਣਾ, ਉਹਨਾਂ ਨੇ ਤਾਂ ਕਿਹਾ ਵੀ ਲਿਸਨ ਕਰਨਾ। 4 ਪੌੜੀਆਂ ਸੁਣਨ ਦੀਆਂ, ਸੁਣਨ ਤੇ 4 ਪੌੜੀਆਂ, ਬੋਲਣ ਤੇ ਇੱਕ ਵੀ ਨਹੀਂ। ਆਪਾਂ ਉਲਟਾ ਕੀਤਾ ਹੋਇਆ ਸੀ, ਕਹਿੰਦੇ ਗੁਰੂ ਸਾਹਿਬ ਤੇਰੀ ਤਾਂ ਅਸੀਂ ਗੱਲ ਮੰਨਣੀ ਨਹੀਂ ਨਾ, ਅਸੀਂ ਉਹ ਕੰਮ ਕਰਨਾ ਜਿਹੜਾ ਅਸੀਂ ਕਰਨਾ। ਤੇ ਫਿਰ ਆਪਾਂ ਕਿਵੇਂ ਮਤਲਬ ਕਿ ਅਸੀਂ ਪ੍ਰੋਬਲਮ ਸੋਲਵ ਕਰਾਂਗੇ? ਉਹੀ ਬੱਚੇ ਨੂੰ ਕਿਉਂਕਿ ਲਿਸਨ ਨਹੀਂ ਕਰਦਾ, ਕੱਲ੍ਹ ਨੂੰ ਅਸੀਂ ਉੱਚੀ ਦੇਣੇ ਬੋਲਾਂਗੇ, ਤੈਨੂੰ ਮੈਂ ਕਿਹਾ ਆ ਜਾ ਹੁਣ ਰੋਟੀ ਖਾ ਲਾ, ਉਹ ਕਹਿੰਦਾ ਓਕੇ ਆ ਜਾਨਾ। ਲਿਸਨਿੰਗ ਰਿਕੁਆਇਰਸ ਯੂ ਟੂ ਸੁਣਨਾ, ਸਿੰਥੇਸਿਸ ਕਰਨੀ, ਦਿਮਾਗ 'ਚ ਰੜਕਣਾ ਤੇ ਐਕਸ਼ਨ। ਤੇ ਆਪਣੇ ਪੰਜਾਬੀ ਬੱਚੇ ਐਕਸ਼ਨ ਨਹੀਂ ਕਰਦੇ। ਔਰ ਕਿਉਂਕਿ ਅਸੀਂ ਲਿਸਨ ਨਹੀਂ ਕਰਦੇ, ਇਸ ਕਰਕੇ ਜਿਹੜਾ ਸਾਡਾ ਬਿਹੇਵੀਅਰ ਆ ਉਹ ਪ੍ਰੋਬਲਮੈਟਿਕ ਆ। ਅਸੀਂ ਕ੍ਰਿਟੀਕਲ ਥਿੰਕਿੰਗ ਨਹੀਂ ਕਰ ਸਕਦੇ ਬਿਨਾਂ ਲਿਸਨਿੰਗ ਤੋਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜੇ ਮੈਂ ਤੁਹਾਡੇ ਘਰ ਆਵਾਂ, ਮੈਂ ਤੁਹਾਨੂੰ ਕਹਾਂ ਵੀ ਪਾਣੀ ਦਾ ਗਲਾਸ ਦਿਓ, ਮੈਨੂੰ ਇੱਕ ਪਾਣੀ ਦਾ ਗਲਾਸ ਦੇ ਦਿਓ, ਤੁਸੀਂ ਆਦਤ ਅਨੁਸਾਰ ਮੈਨੂੰ ਪਾਣੀ ਦਾ ਗਲਾਸ ਦਿਓਗੇ। ਜੇ ਮੈਂ ਕਹਾਂ ਵੀ ਨਹੀਂ ਮੈਂ ਤਾਂ ਵੀ ਪਾਣੀ ਦਾ ਗਲਾਸ ਮੰਗਿਆ, ਤੁਸੀਂ ਕਹੋਗੇ ਪਾਣੀ ਦਾ ਗਲਾਸ ਹੀ ਆ। ਮੈਂ ਕਹੂੰਗਾ ਨਹੀਂ ਮੈਨੂੰ ਪਾਣੀ ਦਾ ਗਲਾਸ ਦਿਓ, ਤੁਸੀਂ ਕਹੋਗੇ ਆ ਪਾਣੀ ਦਾ ਗਲਾਸ ਹੀ ਆ। ਮੈਂ ਕਹੂੰਗਾ ਨਹੀਂ ਪਾਣੀ ਦਾ ਗਲਾਸ ਦਿਓ। ਪਰ ਤੁਸੀਂ ਕਿਉਂਕਿ ਕ੍ਰਿਟੀਕਲ ਸੋਚ ਨਹੀਂ ਰੱਖੀ, ਇਸ ਕਰਕੇ ਤੁਸੀਂ ਕੱਚ ਦੇ ਗਲਾਸ 'ਚ ਮੈਨੂੰ ਪਾਣੀ ਦੇਤਾ, ਜਾਂ ਤੁਸੀਂ ਪਿੱਤਲ ਦੇ ਗਲਾਸ 'ਚ ਪਾਣੀ ਦੇ ਦੋਗੇ, ਪਰ ਪਾਣੀ ਦਾ ਗਲਾਸ ਨਹੀਂ ਦਿੱਤਾ ਮੈਨੂੰ। ਜਿਹੜੇ ਸ਼ਬਦ ਆ ਹੌਲੀ ਹੌਲੀ ਚੇਂਜ ਹੋ ਗਏ, ਪਰ ਅਸੀਂ ਉਸ ਨੂੰ ਉਸੇ ਤਰ੍ਹਾਂ ਹੀ ਵਰਤਦੇ ਹਾਂ ਜਿਵੇਂ ਸੂਰਜ ਚੜ੍ਹਦਾ ਛਿਪਦਾ। ਇਹੀ ਕਹਿੰਦੇ ਆ ਨਾ, ਸੂਰਜ ਚੜ੍ਹ ਗਿਆ ਤੇ ਸੂਰਜ ਛਿਪ ਗਿਆ, ਸੂਰਜ ਚੜ੍ਹਿਆ ਛਿਪਿਆ ਨਹੀਂ। ਇੱਕ ਜ਼ਮਾਨਾ ਸੀ ਜਦੋਂ ਅਸੀਂ ਇਹ ਬਿਲੀਵ ਕਰਦੇ ਸੀਗੇ ਵੀ ਸੂਰਜ ਧਰਤੀ ਦੇ ਆਲੇ ਦੁਆਲੇ ਘੁੰਮਦਾ, ਲੇਕਿਨ ਲੈਂਗੁਏਜ ਉਸੇ ਤਰ੍ਹਾਂ ਹੀ ਚੱਲੀ ਜਾਂਦੀ ਆ। ਅਸੀਂ ਚੇਂਜ ਨਹੀਂ ਕੀਤੀ ਲੈਂਗੁਏਜ। ਕਿਉਂ? ਕਿਉਂਕਿ ਕ੍ਰਿਟੀਕਲ ਨਹੀਂ ਗਏ। ਉਹ ਕ੍ਰਿਟੀਕਲ ਹੋਣਾ ਬਹੁਤ ਇੰਪੋਰਟੈਂਟ ਆ ਲਾਈਫ ਦੇ ਵਿੱਚ। ਜੇ ਆਪਾਂ ਨੇ ਪ੍ਰੋਬਲਮ ਸੋਲਵ ਕਰਨਾ ਔਰ ਜੇ ਸਕਸੈਸਫੁਲ ਹੋਣਾ, ਫਿਰ ਕ੍ਰਿਟੀਕਲ ਹੋਣਾ ਬੜਾ ਜ਼ਰੂਰੀ ਆ। ਫਿਰ ਤੁਸੀਂ ਜਦੋਂ ਕੋਈ ਕਹਿੰਦਾ ਵੀ ਪਾਣੀ ਦਾ ਗਲਾਸ ਦੇ ਦਿਓ, ਤੁਸੀਂ ਉਹਨੂੰ ਕਹੋਗੇ ਵੀ ਸੌਰੀ ਮੇਰੇ ਕੋਲ ਹਜੇ ਐਬਿਲਿਟੀ ਨਹੀਂ ਗੀ, ਮੈਂ ਤਾਂ ਤੈਨੂੰ ਸ਼ੀਸ਼ੇ ਦੇ ਗਲਾਸ 'ਚ ਪਾਣੀ ਦੇ ਸਕਦਾ। ਉਦੋਂ ਫਿਰ ਬੰਦਾ ਕ੍ਰਿਟੀਕਲ ਬਣਦਾ, ਉਹ ਤੋਂ ਪਹਿਲਾਂ ਨਹੀਂ ਕ੍ਰਿਟੀਕਲ ਬਣਦਾ। ਔਰ ਇਸੇ ਕਰਕੇ ਆਪਣੇ ਗੁਰੂਆਂ ਦੀਆਂ ਜਿੰਨੀਆਂ ਵੀ ਤੁਸੀਂ ਐਗਜ਼ਾਮਪਲਸ ਦੇਖੋਗੇ ਉਹ ਸਾਰੀਆਂ ਕ੍ਰਿਟੀਕਲ ਆ। ਚਾਹੇ ਉਹ ਪਾਣੀ ਦੇਣਾ ਖੇਤਾਂ ਨੂੰ, ਚਾਹੇ ਉਹ ਦੁੱਧ ਦੇ ਗਲਾਸ ਦੇ ਉੱਤੇ ਫੁੱਲ ਰੱਖ ਕੇ ਵਾਪਸ ਕਰਨਾ, ਚਾਹੇ ਕੋਈ ਹੋਰ ਐਗਜ਼ਾਮਪਲਾਂ, ਜਿੰਨੀਆਂ ਵੀ ਐਗਜ਼ਾਮਪਲਸ ਤੁਸੀਂ ਗੁਰੂ ਸਾਹਿਬ ਦੀਆਂ ਦੇਖੋਗੇ ਉਹ ਕ੍ਰਿਟੀਕਲ ਆ। ਤੇ ਜੇ ਆਪਾਂ ਉਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਉਸ ਨਿਗਾਹ ਨਾਲ ਨਹੀਂ ਦੇਖਦੇ, ਉਦੋਂ ਤੱਕ ਆਪਾਂ ਸਕਸੈਸਫੁਲ ਨਹੀਂ ਹੋ ਸਕਦੇ। ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਆਪਾਂ ਉੱਧਰਲੇ ਪਾਸੇ ਸਕਸੈਸਫੁਲ ਹੋ ਜਾਈਏ। ਨੈਕਸਟ, ਆ 4 ਤਰ੍ਹਾਂ ਦੇ ਪ੍ਰੋਬਲਮ ਸੋਲਵਰਸ ਆ ਵੀ ਜਿਹੜੇ ਕੁਛ ਇੰਸਪਾਇਰ ਕਰਦੇ ਆ ਦੂਸਰਿਆਂ ਨੂੰ ਵੀ ਸੋਲਵ ਕਰੀਏ, ਕੁਛ ਰਿਫਲੈਕਟ ਕਰਦੇ ਆ ਵੀ ਕਿਸ ਤਰੀਕੇ ਨਾਲ ਆਪਾਂ ਪ੍ਰੋਬਲਮ ਸੋਲਵ ਕਰ ਸਕਦੇ ਹਾਂ, ਕੁਛ ਇਨੋਵੇਟਰਸ ਹੋ ਸਕਦੇ ਆ ਤੇ ਕੁਛ ਇਨਫਲੂਐਂਸਰਸ ਹੋ ਸਕਦੇ ਆ। ਦੁਨੀਆ 'ਚ ਸਿਰਫ 4 ਤਰ੍ਹਾਂ ਦੀਆਂ ਪ੍ਰੋਬਲਮ ਸੋਲਵਰਸ ਆ। ਤੁਸੀਂ ਆਪਣੀ ਪਰਸਨੈਲਿਟੀ ਦੇਖ ਲਓ, ਤੁਹਾਡੀ ਕਿੱਥੇ ਕੁ ਫਿੱਟ ਹੁੰਦੀ ਆ, ਔਰ ਉਹਦੀਆਂ ਗਾਂਹ ਫਿਰ ਹੋਰ ਬਹੁਤ ਸਾਰੀਆਂ ਟੈਕਨੀਕਸ ਆ ਸਿੱਖਣ ਦੀਆਂ, ਪਰ ਤੁਸੀਂ ਇਹਨਾਂ 4 'ਚੋਂ ਇੱਕ ਹੋ। ਇਹ ਤੁਹਾਡਾ ਡੋਮੀਨੈਂਟ ਪਾਰਟ ਆ। ਇਹ ਨਹੀਂ ਵੀ ਤੁਸੀਂ ਕਦੇ ਪ੍ਰੋਬਲਮ ਨਹੀਂ ਸੋਲਵ ਕਰਦੇ, ਤੁਸੀਂ ਹਰ ਰੋਜ਼ ਪ੍ਰੋਬਲਮਾਂ ਸੋਲਵ ਕਰਦੇ ਹੋ। ਔਰ ਜੇ ਤੁਸੀਂ ਇਹਨਾਂ ਨੂੰ ਗੌਰ ਨਾਲ ਦੇਖੋ ਵੀ ਤੁਸੀਂ ਇੰਸਪਾਇਰਰ ਹੋ ਕਿ ਤੁਸੀਂ ਰਿਫਲੈਕਟਰ ਹੋ ਕਿ ਇਨੋਵੇਟਰ ਹੋ ਕਿ ਇਨਫਲੂਐਂਸਰ ਹੋ, ਤੁਸੀਂ ਦੇਖੋਗੇ ਕਿ ਤੁਸੀਂ ਇਹਨਾਂ ਦੇ ਵਿੱਚੋਂ ਕੁਛ ਨਾ ਕੁਛ ਤੁਸੀਂ ਯੂਜ਼ ਕੀਤਾ ਆਪਣੀਆਂ ਮੁਸ਼ਕਲਾਂ ਸੋਲਵ ਕਰਨ ਨੂੰ। ਡੇਲੀ ਕੁਛ ਚੀਜ਼ਾਂ ਤੁਹਾਡੇ ਤੋਂ ਸੋਲਵ ਨਹੀਂ ਹੁੰਦੀਆਂ, ਉਹ ਫਿਰ ਤੁਸੀਂ ਸਿੱਖ ਸਕਦੇ ਹੋ। ਦੈਟਸ ਵਾਟ ਯੂ ਕੈਨ ਪਿਕ ਐਂਡ ਚੂਜ਼ ਵਿਚ ਵਨ
ਹਰ ਵਿੱਚ। ਨੈਕਸਟ ਵਨ, the great thinkers and innovators have in common ability to reflect, observation। ਜਿੰਨੀਆਂ ਵੀ ਤੁਸੀਂ ਸਕਿੱਲਸ ਦੇਖੋਗੇ, open to experiment, keep record of research, impossible was not an answer, open minded, ਇਹ ਸਾਰੀਆਂ ਸਿੱਖੀਆਂ ਜਾ ਸਕਦੀਆਂ। ਇਹ ਅਗੇਨ ਸਕਿੱਲਸ, ਦਿਸ ਆਲ ਕੈਨ ਬੀ ਲਰਨਡ, ਜਿਹੜੀਆਂ ਕਿ ਆਪਾਂ ਨੂੰ ਇੱਕ ਸਕਸੈਸਫੁਲ ਇਨਸਾਨ ਬਣਨ ਦੇ ਵਿੱਚ ਮਦਦ ਕਰੂਗਾ। ਔਰ ਜਿਹੜਾ ਕੁਝ ਤੁਸੀਂ ਬਣਨਾ ਚਾਹੁੰਦੇ ਹੋ ਤੁਸੀਂ ਬਣ ਸਕਦੇ ਹੋ। ਯੂ ਕੈਨ ਵਟ ਐਵਰ ਯੂ ਵਾਂਟ ਟੂ ਬੀ, ਐਵਰੀਥਿੰਗ ਯੂ ਕੈਨ। ਔਰ ਮੈਂ ਇਸ ਕਰਕੇ ਤੁਹਾਡੇ ਨਾਲ, ਮੈਂ ਸਵੇਰੇ ਵੀ ਤੁਹਾਨੂੰ ਕਿਹਾ ਸੀਗਾ ਕਿ ਉਹ ਗੱਲ ਤੁਸੀਂ, ਇੱਕ ਮੇਰੀ ਗੱਲ ਇਹ ਤੁਸੀਂ ਜ਼ਰੂਰ ਮੰਨਿਓ, ਤੁਸੀਂ ਉਹ ਗੱਲ ਨਹੀਂ ਕਹਿਣੀ ਜਿਹੜੀ ਤੁਸੀਂ ਪ੍ਰੈਕਟੀਕਲ ਨਹੀਂ ਕੀਤੀ, ਕਿਉਂਕਿ ਉਹਦਾ ਵਜ਼ਨ ਨਹੀਂ ਰਹਿੰਦਾ। ਤੁਸੀਂ ਹੋਰ ਬਹੁਤ ਸਾਰੇ ਉੱਥੇ ਕੈਨੇਡਾ ਦੇ ਵਿੱਚ ਤੁਹਾਨੂੰ ਸੋਸ਼ਲ ਵਰਕਰ ਮਿਲਣਗੇ, ਲੇਕਿਨ ਤੁਸੀਂ ਸਿਰਫ ਮੇਰਾ ਨਾਂ ਹੀ ਸੁਣੋਗੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ। ਉਹਦਾ ਇੱਕ ਰੀਜ਼ਨ ਆ, ਕਿ ਜਦੋਂ ਤੁਸੀਂ ਕਿਸੇ ਲਗਨ ਨਾਲ ਕੰਮ ਕਰਦੇ ਹੋ, ਉਹਦਾ ਇੱਕ ਵੱਖਰਾ ਵਿਸ਼ਾ, ਉਹਦਾ ਇੱਕ ਵੱਖਰਾ ਮਜ਼ਾ ਆਉਂਦਾ। ਤੁਸੀਂ ਜੇ ਆਪਣੀ ਇਸ ਚੀਜ਼ ਨੂੰ ਦਿਮਾਗ 'ਚ ਪਾ ਲਓ ਨਾ ਵੀ ਮੇਰੇ ਕੋਲੇ ਕੁਛ ਬਹੁਤ ਵੱਡਾ ਖਜ਼ਾਨਾ, ਜਿਵੇਂ ਆਪਣੇ ਕੋਲੇ ਗੁਰੂ ਗ੍ਰੰਥ ਸਾਹਿਬ ਆ, ਕਿਉਂਕਿ ਸਿੱਖ ਹਾਂ, ਜਿਹੜੇ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ, ਉਹਨਾਂ ਕੋਲੇ ਭਗਵਤ ਗੀਤਾ, ਉਹਨਾਂ ਨੂੰ ਪੜ੍ਹਨ ਜ਼ਰੂਰ ਹੋ। ਇਟਸ ਵੈਰੀ ਇੰਪੋਰਟੈਂਟ ਫॉर them ਟੂ ਰੀਡ। ਜਿਹੜੇ ਮੁਸਲਮਾਨ ਆ ਉਹਨਾਂ ਕੋਲੇ ਹਦੀਸ ਆ, ਉਹਨਾਂ ਕੋਲੇ ਕੁਰਾਨ ਆ, ਉਹਨਾਂ ਨੂੰ ਪੜ੍ਹਨ। ਜਿਹੜੇ ਬੁੱਧ ਧਰਮ 'ਚ ਹੈਗੇ ਆ ਉਹਨਾਂ ਕੋਲੇ ਤੰਪਦ ਹੈਗੀ ਆ, ਉਹ ਉਹਨਾਂ ਨੂੰ ਪੜ੍ਹਨ। ਲੇਕਿਨ ਜੇ ਆਪਾਂ ਲਿਖੀ ਹੋਈ ਚੀਜ਼ 'ਤੇ ਅਮਲ ਨਹੀਂ ਕਰਾਂਗੇ, ਫਿਰ ਆਪਣੇ ਤੋਂ ਸਕਸੈਸ ਨਹੀਂ ਹੁੰਦੀ। ਹੋ ਜਾਵਾਂਗੇ ਆਪਾਂ ਕੰਮ ਜਾਣੀ ਨੋਰਮਲ ਜੀ ਜ਼ਿੰਦਗੀ ਜਿਉ ਸਕਦੇ ਹਾਂ ਫਿਰ, ਪਰ ਉਹ ਚੀਜ਼ ਨਹੀਂ ਆਪਾਂ ਕਰ ਸਕਾਂਗੇ ਜਦ ਤੱਕ ਤੁਸੀਂ ਪ੍ਰੈਕਟੀਕਲ ਐਪਲੀਕੇਸ਼ਨ ਨਹੀਂ ਕਰਦੇ। ਔਰ ਜਦੋਂ ਤੁਸੀਂ ਪ੍ਰੈਕਟੀਕਲ ਐਪਲੀਕੇਸ਼ਨ ਕਰੋਗੇ, ਪਹਿਲੇ 5-6 ਸਾਲ ਤੁਹਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊ, ਲੇਕਿਨ ਫਿਰ ਲਾਈਫ ਬੜੀ ਵਧੀਆ ਨਿਕਲਦੀ ਆ, ਕਿਉਂਕਿ ਅਗਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਇਹੋ ਜਿਹਾ। ਹੁਣ ਜਿਵੇਂ ਮਤਲਬ ਕਿ ਕੈਨੇਡਾ ਦੇ ਵਿੱਚ ਮੈਨੂੰ ਕੋਈ ਪਾਰਟੀ 'ਤੇ ਨਹੀਂ ਸੱਦਦਾ, ਕਿਉਂਕਿ ਮੈਂ ਉੱਥੇ ਗਲਤ ਕੰਮ ਨਹੀਂ ਹੋਣ ਦੇਣਾ। ਫਿਰ ਮੈਨੂੰ ਕਾਹਤੇ ਸੱਦਣਗੇ? ਉਹ ਕਹਿਣਗੇ ਲੈ ਇਹਨੂੰ ਸੱਦਣਾ, ਸਾਡੇ ਰੰਗ 'ਚ ਭੰਗ ਪਾਊਗਾ, ਉਹਨਾਂ ਨੂੰ ਪੀਣ ਨਹੀਂ ਦੇਣੀ, ਇਹਨੇ ਆਪੇ ਨਹੀਂ ਸੱਦਣਾ। ਹੁਣ ਉਹਨਾਂ ਨੂੰ ਵੀ ਗੱਲ ਕਲੀਅਰ ਆ, ਮੈਨੂੰ ਵੀ ਗੱਲ ਕਲੀਅਰ ਹੋ ਗਈ ਨਾ ਗੱਲ। ਸੋ ਜੇ ਤੁਸੀਂ ਕੋਈ ਸਟੈਂਡ ਲੈਣਾ ਅੱਛਾਈ ਦੇ ਪ੍ਰਤੀ, ਤੁਹਾਡੀ ਵਿਰੋਧਤਾ ਤਾਂ ਹੋਊਗੀ ਸਮਾਜ 'ਚ। ਇਹ ਕਿਵੇਂ ਹੋ ਸਕਦਾ ਵੀ ਤੁਹਾਡੀ ਵਿਰੋਧਤਾ ਨਾ ਹੋਵੇ? ਤੁਹਾਡੀ ਵਿਰੋਧਤਾ ਹੋਊ, ਪਰ ਬੁਰਾਈ ਤਾਂਹੀਓ ਹੀ ਜਿੱਤੂਗੀ ਜੇ ਤੁਸੀਂ ਕੁਛ ਨਹੀਂ ਕਰੋਗੇ ਚੰਗਾ, ਤਾਂ ਜਿੱਤੂਗੀ ਉਹ, ਵਰਨਾ ਬੁਰਾਈ ਜਿੱਤ ਹੀ ਨਹੀਂ ਸਕਦੀ। ਬੁਰਾਈ ਤਾਂ ਉਦੋਂ ਹੀ ਜਿੱਤੂਗੀ ਜੇ ਤੁਸੀਂ ਚੰਗਾਈ ਨਾ ਕੀਤੀ। ਸੋ ਇਸ ਕਰਕੇ ਮੇਰੀ ਇਹ ਰਿਕਮੈਂਡੇਸ਼ਨ ਆ ਕਿ ਤੁਸੀਂ ਪਲੀਜ਼ ਥੋੜ੍ਹਾ ਕਰੋ, ਲੇਕਿਨ ਚੰਗਾ ਜ਼ਰੂਰ ਕਰੋ। ਇਹਦੀ ਵਰੀ ਨਾ ਕਰੋ ਵੀ ਬੁਰਾ ਕਿੰਨਾ ਹੁੰਦਾ, ਇਹਦੀ ਵਰੀ ਨਹੀਂ ਕਰੀਦੀ ਬੁਰਾ ਕਿੰਨਾ ਹੁੰਦਾ। ਇਹਦੀ ਵਰੀ ਜ਼ਰੂਰ ਕਰਨੀ ਆ ਕਿ ਅੱਜ ਮੈਂ ਚੰਗਾ ਕੀਤਾ ਕੁਛ ਕਿ ਨਹੀਂ, ਇਹਦੀ ਵਰੀ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਨੂੰ।